ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੈਂ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਇਸ ਵਕਤ ਮੈਂ ਸਵਰਨ ਸਿੰਘ ਦਾਨੇਵਾਲੀਆ ਤੁਹਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜਿਆ ਹੋਇਆ। ਅੱਜ ਦਿਨ ਹੈ ਜੀ ਸੋਮਵਾਰ ਅਤੇ ਤਰੀਕ ਹੈ ਜੀ 13 ਫਰਵਰੀ, ਸਮਾਂ ਸ਼ਾਮ ਦੇ 6:30 ਦਾ। ਅਤੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਖਾਸ ਸੂਚਨਾ ਮੈਂ ਤੁਹਾਨੂੰ ਦੇ ਦਿਆਂ ਕਿ ਪਿੰਡ ਰਾਮਗੜ੍ਹ ਦੇ ਵਿੱਚ ਲੁਧਿਆਣਾ ਚੰਡੀਗੜ੍ਹ ਰੋਡ ਕੁਹਾੜਾ ਦੇ ਨੇੜੇ ਜਿਹੜਾ ਹੈ ਜੀ ਇਹ ਪੈਂਦਾ। ਇੱਥੇ ਤੁਸੀਂ 19 ਫਰਵਰੀ ਨੂੰ ਜਿਹੜਾ ਹੈ ਜੀ 19 ਫਰਵਰੀ ਅਤੇ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਨੇ ਜੀ। ਬੜੇ ਵਧੀਆ ਇਨਾਮ ਦਿੱਤੇ ਜਾ ਰਹੇ ਨੇ। ਐਂਟਰੀ ਫੀਸ ਕੋਈ ਨਹੀਂ ਹੈ। ਛੋਟੇ ਬੱਚਿਆਂ ਤੋਂ ਲੈ ਕੇ ਜਿਹੜੇ ਆ ਜੀ 21 ਸਾਲ ਦੇ ਨੌਜਵਾਨਾਂ ਤੱਕ, 12 ਸਾਲ ਦੇ ਬੱਚਿਆਂ ਤੋਂ ਲੈ ਕੇ 21 ਸਾਲਾਂ ਦੇ ਨੌਜਵਾਨਾਂ ਤੱਕ ਜਿਹੜਾ ਹੋਏਗਾ। ਅਤੇ ਪੱਗ ਬੰਨ੍ਹਣ ਦਾ ਸਮਾਂ 10 ਮਿੰਟ ਹੈ। ਸੋ ਤੁਸੀਂ ਸੰਪਰਕ ਕਰ ਸਕਦੇ ਹੋ 725 752 987 0513 'ਤੇ। ਅਸੀਂ ਧੰਨਵਾਦੀ ਹਾਂ ਜੀ ਵਿਸ਼ੇਸ਼ ਤੌਰ ਦੇ ਉੱਤੇ ਬਾਈ ਜੀ ਹਰਜਿੰਦਰ ਕਾਹਲੋਂ ਹੋਰਾਂ ਦੇ ਕੈਲੀਫੋਰਨੀਆ ਤੋਂ, ਜਿਨ੍ਹਾਂ ਨੇ ਰੇਡੀਓ ਪੰਜਾਬ ਟੂਡੇ ਨੂੰ ਸਹਿਯੋਗ ਭੇਜਿਆ। ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਬਾਈ ਜੀ ਤਰਸੇਮ ਸਿੰਘ ਹਾਂਗਕਾਂਗ, ਜਗਜੀਤ ਸਿੰਘ ਲੰਡਨ ਹੋਰਾਂ ਦਾ, ਤ੍ਰਿਪਤੀਪਾਲ ਸਿੰਘ ਹੋਰਾਂ ਦਾ ਜੀ ਸਟਾਕਟਨ ਤੋਂ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਸ਼ੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਮੈਂ ਗਲਤ ਕਹਿ ਗਿਆ ਜੀ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਮਨਾਸਸ ਵਰਜੀਨੀਆ ਦੇ ਵਿੱਚ ਇਹਨਾਂ ਦਾ ਟਰੱਕ ਸ਼ਾਪ ਹੈ ਜੀ। ਇੱਥੇ ਤੁਸੀਂ ਆਪਦੇ ਟ੍ਰੇਲਰ ਦਾ ਜਾਂ ਰੀਫਰ ਦਾ ਰਿਪੇਅਰ ਕਰਾ ਸਕਦੇ ਹੋ। ਫੋਨ ਨੰਬਰ ਹੈ 8043728800। ਲੋਕੇਸ਼ਨ ਇਹਨਾਂ ਦੀ 10224 ਰੈਜ਼ੀਡੈਂਸੀ ਰੋਡ 'ਤੇ ਹੈ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇੱਕ ਸਰਵਿਸ। ਪਰਮਜੀਤ ਜੱਸੀ ਹੋਰਾਂ ਨੂੰ ਕਾਲ ਕਰ ਸਕਦੇ ਹੋ 3179797205 ਜਾਂ 6612045818 'ਤੇ। ਲੋਕੇਸ਼ਨ ਹੈ ਜੀ 1315 ਵੈਸਟਰਨ ਐਵਨਿਊ, ਇੰਡੀਅਨੈਪਲਿਸ। ਹਰ ਤਰ੍ਹਾਂ ਦੇ ਅਕਾਊਂਟਸ, ਬੁੱਕ ਕੀਪਿੰਗ, ਪਰਸਨਲ ਟੈਕਸਿਸ ਦੇ ਲਈ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਅਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਕਾਲ ਕਰ ਸਕਦੇ ਹੋ। ਕੈਂਟ ਵਾਸ਼ਿੰਗਟਨ ਦੇ ਵਿੱਚ ਲੋਕੇਸ਼ਨ ਇਹਨਾਂ ਦੀ 24915 ਐਵਨਿਊ। ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਤੋਂ ਤੁਸੀਂ ਫੂਡ ਡਿਲੀਵਰੀ ਮੰਗਾ ਸਕਦੇ ਹੋ, ਕੈਟਰਿੰਗ ਕਰਵਾ ਸਕਦੇ ਹੋ, ਜਾਂ ਇਹਨਾਂ ਦੀ ਲੋਕੇਸ਼ਨ 236091004 ਐਵਨਿਊ 'ਤੇ ਡਾਈਨ ਇਨ ਵੀ ਕਰ ਸਕਦੇ ਹੋ। ਫੋਨ ਨੰਬਰ ਹੈ 2063531699 ਦੇ ਉੱਤੇ। ਅਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ, ਸਾਂਝ ਪਾਉਣੇ ਉਹਨਾਂ ਨਾਲ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਬੜੀ ਚਰਚਾ ਸੀ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕਰ ਦਿੱਤਾ ਜਾਏਗਾ ਤੱਕ ਗੱਲ ਆ ਗਈ ਸੀ। ਹੋ ਸਕਦਾ ਨਹੀਂ, ਪਰ ਰਾਸ਼ਟਰਪਤੀ ਸਾਹਿਬ ਵੱਲੋਂ ਜਿਹੜਾ ਭਾਰਤ ਸਰਕਾਰ ਕਹਿ ਦਈਏ ਜਾਂ ਮੋਦੀ ਸਰਕਾਰ ਦੇ ਰਿਕਮੈਂਡੇਸ਼ਨਸ ਦੇ ਉੱਤੇ ਅੱਧੀ ਦਰਜਨ ਦੇ ਕਰੀਬ ਰਾਜਪਾਲ ਨਿਯੁਕਤ ਕਰ ਦਿੱਤੇ ਗਏ ਨੇ। ਸੋ ਇਸ ਨੂੰ ਕਿਵੇਂ ਲੈ ਕੇ ਚੱਲਦੇ ਹੋ ਡਿਵੈਲਪਮੈਂਟ? ਦੇਖੋ, ਗੱਲ ਇਹ ਹੈ ਕਿ ਮਿਸਟਰ ਭਗਤ ਸਿੰਘ ਕੁਸ਼ਿਆਰੀ ਜਿਹੜੇ ਯੂਪੀ ਦੀ ਭਾਰਤੀ ਜਨਤਾ ਪਾਰਟੀ ਦੇ ਬੜੇ ਵੱਡੇ ਲੀਡਰ ਹੋਇਆ ਕਰਦੇ ਸੀ ਜੀ, ਉਹਨਾਂ ਨੂੰ ਮਹਾਰਾਸ਼ਟਰ ਦਾ ਰਾਜਪਾਲ ਲਾਇਆ ਹੋਇਆ ਸੀ। ਔਰ ਉਹ ਮਹਾਰਾਸ਼ਟਰ ਦੇ ਰਾਜਪਾਲ ਕਿੰਨੇ ਆਗਿਆਕਾਰੀ ਸੀ ਆਪਦੀ ਪਾਰਟੀ ਦੇ ਕਿ ਕਈ ਵਾਰੀ ਉਹ ਮਰਿਆਦਾ ਨੂੰ ਵੀ ਉਲੰਘ ਦਿੰਦੇ ਸੀ ਜੀ। ਇੱਕ ਵਾਰੀ ਉਹਨਾਂ ਨੇ ਮਰਿਆਦਾ ਉਦੋਂ ਉਲੰਘੀ ਸੀ ਜਦੋਂ ਇਹ ਪਿੱਛੇ ਜਿਹੜੀਆਂ ਚੋਣਾਂ ਹੋਈਆਂ ਸੀ ਉੱਥੋਂ ਦੀ ਵਿਧਾਨ ਸਭਾ ਦੀਆਂ, ਮਹਾਰਾਸ਼ਟਰ ਦੀਆਂ ਜੀ, ਉਹਦੇ ਵਿੱਚ ਦੋਨਾਂ ਧਿਰਾਂ ਨੇ ਰਲ ਕੇ ਇਲੈਕਸ਼ਨ ਲੜੀ ਸੀ, ਭਾਰਤੀ ਜਨਤਾ ਪਾਰਟੀ ਨੇ ਤੇ ਸ਼ਿਵ ਸੈਨਾ ਨੇ। ਲੇਕਿਨ ਰੌਲਾ ਇੱਥੇ ਆ ਕੇ ਪੈ ਗਿਆ। ਹੈਲੋ ਜੀ। ਹਾਂਜੀ, ਰੌਲਾ ਇੱਥੇ ਆ ਕੇ ਪੈ ਗਿਆ ਕਿ ਮੁੱਖ ਮੰਤਰੀ ਕੌਣ ਹੋਵੇ ਜੀ। ਭਾਰਤੀ ਜਨਤਾ ਪਾਰਟੀ ਕਹਿੰਦੀ ਵੱਡੀ ਪਾਰਟੀ ਸਾਡੀ ਹੈ ਤੇ ਸਾਨੂੰ ਮੁੱਖ ਮੰਤਰੀ ਬਣਾਓ। ਸ਼ਿਵ ਸੈਨਾ ਵਾਲੇ ਕਹਿੰਦੇ ਨਹੀਂ, ਲੋਕ ਸਭਾ ਦੀਆਂ ਚੋਣਾਂ ਵੇਲੇ ਤੁਹਾਡੀ ਪਾਰਟੀ ਦੇ ਪ੍ਰਧਾਨ
ਜਿਹੜੇ ਅੱਜ ਕੱਲ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣੀ, ਇਹਨਾਂ ਨੇ ਇੱਥੇ ਆ ਕੇ ਇੱਕ ਮੀਟਿੰਗ ਕੀਤੀ ਸੀ ਤੇ ਉਸ ਮੀਟਿੰਗ ਦੇ ਵਿੱਚ ਉਧਵ ਠਾਕਰੇ ਨੂੰ ਇਹ ਭਰੋਸਾ ਦਵਾਇਆ ਸੀ ਜੀ ਕਿ ਸੀਟਾਂ ਭਾਵੇਂ ਕਿਸੇ ਨੂੰ ਕਿੰਨੀਆਂ ਹੀ ਆਉਣ ਤੇ ਤੁਹਾਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ। ਇਸ ਕਰਕੇ ਮੁੱਖ ਮੰਤਰੀ ਸ਼ਿਵ ਸੈਨਾ ਦਾ ਬਣਨਾ ਚਾਹੀਦਾ, ਸਾਡਾ ਮੁੱਖ ਮੰਤਰੀ ਬਣਾਓ ਜੀ। ਔਰ ਇਹ ਉਹਨਾਂ ਨੇ ਭਰੋਸਾ ਵੀ ਸ਼ਾਇਦ ਇਸ ਕਰਕੇ ਕਰ ਲਿਆ, ਤੁਹਾਡੇ ਯਾਦ ਹੋਣਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਐਕਸਪੈਰੀਮੈਂਟ ਬਿਹਾਰ ਦੇ ਵਿੱਚ ਵੀ ਜੀ ਜਿਹੜਾ ਉਹ ਦੁਹਰਾਇਆ ਸੀ। ਉੱਥੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਸੀ ਆਪਣੀ ਲੋਕ ਜਨ ਸ਼ਕਤੀ ਪਾਰਟੀ ਉਹਦੇ ਵਾਲੀ ਪਾਸਵਾਨ ਵਾਲੀ, ਉਹ ਰਾਮ ਵਿਲਾਸ ਪਾਸਵਾਨ ਮਰ ਗਏ ਸੀ ਤੇ ਉਹਨਾਂ ਦਾ ਬੇਟਾ ਚਿਰਾਗ ਪਾਸਵਾਨ ਉਹਦਾ ਲੀਡਰ ਬਣ ਗਿਆ ਸੀ ਜੀ। ਚਿਰਾਗ ਪਾਸਵਾਨ ਨੇ ਇਲੈਕਸ਼ਨਾਂ ਅਲੱਗ ਲੜੀਆਂ ਸੀ, ਉਹ ਗੱਠਜੋੜ ਦਾ ਹਿੱਸੇਦਾਰ ਨਹੀਂ ਸੀ ਬਣਿਆ ਜਨਤਾ ਦਲ ਯੂਨਾਈਟਿਡ ਔਰ ਭਾਰਤੀ ਜਨਤਾ ਪਾਰਟੀ ਦਾ ਜੀ। ਲੇਕਿਨ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਖਲੋਤੇ ਸੀ ਉੱਥੇ ਤਾਂ ਉਹਨੇ ਇੰਡਾਇਰੈਕਟਲੀ ਕੀਤੀ, ਉਹਨਾਂ ਦੀ ਮਦਦ ਆਪਣੇ ਬੰਦੇ ਖੜੇ ਨਹੀਂ ਕੀਤੇ ਸੀ। ਜਿੱਥੇ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਦੇ ਲੋਕ ਖੜੇ ਹੋਏ ਸੀ ਉੱਥੇ ਉਹਨੇ ਆਪਦੇ ਬੰਦੇ ਖੜੇ ਕਰਤੇ ਸੀ। ਨਤੀਜਾ ਇਹ ਹੋ ਗਿਆ ਸੀ ਕਿ ਨਿਤੀਸ਼ ਕੁਮਾਰ ਦੀ ਪਾਰਟੀ ਛੋਟੀ ਰਹਿ ਗਈ ਤੇ ਭਾਰਤੀ ਜਨਤਾ ਪਾਰਟੀ ਬਣ ਗਈ ਸੀ ਵੱਡੀ ਜੀ। ਇਹਦੇ ਬਾਵਜੂਦ ਜਿਹੜਾ ਸਮਝੌਤਾ ਕੀਤਾ ਸੀ ਉਹਨਾਂ ਨੇ, ਤੇ ਉਸ ਸਮਝੌਤੇ ਦੇ ਮੁਤਾਬਕ ਉਹਨਾਂ ਨੇ ਕਹਿਤਾ ਲਓ ਜੀ ਨਿਤੀਸ਼ ਕੁਮਾਰ ਜੀ ਤੁਸੀਂ ਬਣੋ ਮੁੱਖ ਮੰਤਰੀ, ਤੇ ਮੁੱਖ ਮੰਤਰੀ ਉਹਨੂੰ ਬਣਾਤਾ ਸੀ ਜੀ। ਇਹ ਚੀਜ਼ ਜਿਹੜੀ ਹੈ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਨਹੀਂ ਸੀ ਦੁਹਰਾਈ, ਇਹ ਮਹਾਰਾਸ਼ਟਰ ਚ ਕਹਿੰਦੇ ਸੀ ਵੀ ਅਸੀਂ ਵੱਡੇ ਤੇ ਸਰਕਾਰ ਸਾਡੀ ਬਣੂਗੀ ਜੀ। ਬਾਲ ਠਾਕਰੇ ਹੋਰੀ ਜਿਹੜੇ ਸੀ, ਬਾਲ ਠਾਕਰੇ ਦਾ ਪੁੱਤ ਉਧਵ ਠਾਕਰੇ ਸ਼ਿਵ ਸੈਨਾ ਵਾਲੇ, ਉਹ ਗਏ ਰੁੱਸ, ਉਹ ਬੈਠ ਕੇ ਆਪਣੀ ਤਿਕੜਮਬਾਜ਼ੀ ਕਰਨ ਲੱਗੇ। ਇਹਨੇ ਚ ਹੋਇਆ ਕੀ ਜੀ ਕਿ ਜਿਹੜੀ ਆਪਣੀ ਤੁਹਾਡੀ ਪਾਰਟੀ ਸੀਗੀ ਤੁਹਾਡੀ ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ, ਉਹਦੇ ਵਿੱਚ ਸ਼ਰਦ ਪਵਾਰ ਤਾਂ ਭਾਵੇਂ ਵੱਡਾ ਲੀਡਰ ਹੈ, ਨੈਸ਼ਨਲ ਲੈਵਲ ਦਾ ਲੀਡਰ ਹੈ, ਉਹ ਆਪ ਤਾਂ ਨਹੀਂ ਸੀ, ਲੇਕਿਨ ਮਹਾਰਾਸ਼ਟਰ ਦੀ ਰਾਜਨੀਤੀ ਦਾ ਉਹਨੇ ਆਪਣੇ ਭਤੀਜੇ ਜੀ ਅਜਿਤ ਪਵਾਰ ਨੂੰ ਜਿਹੜਾ ਹੈਗਾ ਉਹ ਲੀਡਰ ਬਣਾਇਆ ਹੋਇਆ ਸੀ। ਅਜਿਤ ਪਰਿਵਾਰ ਦੇ ਖਿਲਾਫ ਕਾਫੀ ਸਾਰੇ ਜਿਹੜੇ ਹੈਗੇ ਤੁਹਾਨੂੰ ਪਤਾ ਮੁਕੱਦਮੇ ਪੈਂਡਿੰਗ ਸੀ ਜੀ। ਉਹਦੇ ਖਿਲਾਫ ਪਾਣੀ ਵਾਲੇ ਮਾਮਲਿਆਂ ਦੇ ਵਿੱਚ ਗੜਬੜਾ ਕਰਨ ਵਾਸਤੇ, ਬੰਨ ਬੁੰਨ ਬਣਾਉਣ ਵਾਸਤੇ, ਨਹਿਰਾਂ ਨੂਰਾਂ ਦੇ ਮਾਮਲੇ 'ਚ ਜਿਹੜੇ ਆ ਤੁਹਾਨੂੰ ਪਤਾ ਜਿੱਥੋਂ ਵਾਲੀ ਮਲਾਈ ਮਿਲਦੀ ਹੈ, ਉਹ ਮਾਮਲੇ ਕਾਫੀ ਸਾਰੇ ਪੈਂਡਿੰਗ ਸੀ। ਉਹਨੂੰ ਰਾਤੇ ਰਾਤ ਕਹਿੰਦੇ ਵੀ ਤੇਰੇ ਮਾਮਲੇ ਕਰਾਂਗੇ ਰੱਦ, ਤੂੰ ਆ ਜਾ ਤੇ ਆ ਕੇ ਆਪਣੇ ਬੰਦਿਆਂ ਨੂੰ ਲੈ ਕੇ ਆਪਾਂ ਸਰਕਾਰ ਬਣਾ ਲਈਏ। ਉਹ ਆਦਾ ਜੀ ਠੀਕ ਹੈ, ਆਪਾਂ ਨੂੰ ਪਰਵਾਹ ਨਾ ਤੁਹਾਡਾ ਇਹ ਸੌਦਾ ਜੀ। ਉਹ ਚਲਾ ਗਿਆ ਜੀ ਤੇ ਫਿਰ ਅੱਧੀ ਰਾਤ ਨੂੰ ਗਵਰਨਰ ਸਾਹਿਬ ਨੂੰ ਉਠਾ ਕੇ ਤੇ ਉਹਨਾਂ ਤੋਂ ਜਿਹੜੀ ਹੈਗੀ ਹੈ ਅਸੈਂਬਲੀ ਦਾ ਨੋਟੀਫਿਕੇਸ਼ਨ ਕਰਵਾਇਆ, ਬਹਾਲ ਕਰਵਾਈ ਜੀ। ਔਰ ਉਸੇ ਵੇਲੇ ਹੈਗਾ ਦਿਨ ਚੜ੍ਹਨ ਤੋਂ ਪਹਿਲਾਂ ਸਹੁੰ ਚੁਕਾਤੀ ਸੀ ਮੂੰਹ ਨੇਰੇ। ਇਹ ਪਹਿਲੀ ਵਾਰੀ ਹੋਇਆ ਸੀ ਭਾਰਤ ਦੇ ਇਤਿਹਾਸ ਦੇ ਵਿੱਚ ਕਿ ਇਹ ਜਿਹੜੇ ਭਗਤ ਸਿੰਘ ਕੁਸ਼ਿਆਰੀ ਸੀ, ਇਹਨਾਂ ਨੇ ਇੰਨੀ ਹੁਸ਼ਿਆਰੀ ਕੀਤੀ ਜੀ ਕਿ ਲੋਕ ਜਦੋਂ ਸੁੱਤੇ ਪਏ ਸੀ ਤੇ ਉਦੋਂ ਸਹੁੰ ਚੁਕਾਤੀ ਨਾ ਬੰਦੇ, ਨਵੀਂ ਸਰਕਾਰ ਬਣਾਤੀ, ਸੁੱਤੇ ਪਏ ਨਵੀਂ ਸਰਕਾਰ ਬਣਾਤੀ ਸੀਗੀ ਤੇ ਦਵਿੰਦਰ ਫੜਨਵੀਸ ਬਣਾਤਾ ਸੀ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਬਣਾਤਾ ਸੀ ਅਜੀਤ ਪਵਾਰ। ਤੇ ਉਹ ਚੱਲੀ ਜੀ ਕੋਈ ਥੋੜੇ ਜਿਹੇ ਘੰਟੇ ਚੱਲੀ ਸੀ, ਮੇਰਾ ਖਿਆਲ 72 ਜਾਂ 96 ਘੰਟੇ ਚੱਲੀ ਸੀ ਜੀ। ਤੇ ਉਸ ਸਰਕਾਰ ਨੇ ਜਿਹੜਾ ਪਹਿਲਾ ਕੰਮ ਕੀਤਾ ਉਹ ਇਹ ਕੀਤਾ ਸੀ ਕਿ ਅਜੀਤ ਪਵਾਰ ਦੇ ਖਿਲਾਫ ਜਿੰਨੇ ਪੈਂਡਿੰਗ ਮੁਕੱਦਮੇ ਸੀ ਉਹ ਸਾਰੇ ਦੇ ਸਾਰੇ ਖਾਰਜ ਕਰਤੇ। ਉਹਨੂੰ ਦੇਤੀ ਮਤਲਬ ਕਲੀਨ ਚਿੱਟ। ਤੇ ਉਹਦੇ ਜਿਹੜੇ ਐਮਐਲਏ ਸੀ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ, ਅਜੀਤ ਪਵਾਰ ਨਾਲ ਕੋਈ ਨਹੀਂ ਗਿਆ, ਉਹ ਸਾਰੇ ਦੇ ਸਾਰੇ ਉਹਦੇ ਚਾਚੇ ਨਾਲ ਸ਼ਰਦ ਪਵਾਰ ਨਾਲ ਮੁੜਾਏ। ਤੇ ਸ਼ਰਦ ਪਵਾਰ ਨੇ ਕਹਿਤਾ ਜੀ ਅਸੀਂ ਤਾਂ ਇਹਨਾਂ ਨਾਲ ਸ਼ਿਵ ਸੈਨਾ ਵਾਲਿਆਂ ਨਾਲ ਰਲ ਕੇ ਸਰਕਾਰ ਬਣਾਉਣ ਨੂੰ ਤਿਆਰ ਆ, ਨਾਲੇ ਕਾਂਗਰਸ ਹੋ ਗਈ ਨਾਲੇ ਸ਼ਰਦ ਪਵਾਰ ਦੀ ਪਾਰਟੀ ਹੋ ਗਈ, ਸ਼ਿਵ ਸੈਨਾ ਇਹਨਾਂ ਦਾ ਬਣ ਗਿਆ ਗੱਠਜੋੜ। ਤੇ ਜਿਹੜਾ ਅਜੀਤ ਪਵਾਰ ਹੈ ਉਹਨੇ ਵੀ ਅੰਗੂਠਾ ਦਿਖਾਤਾ, ਉਹਦਾ ਵੀ ਮੈਂ ਜਿੱਧਰ ਦੂਜੇ ਗਏ ਮੈਂ ਵੀ ਜਾਣਾ, ਤੇ ਉਹ ਵੀ ਉਧਰ ਹੀ ਆ ਗਿਆ ਤੇ ਸਰਕਾਰ ਉੱਥੇ ਬਣ ਗਈ ਸੀ ਉਹਨਾਂ ਦੀ। ਇਹ ਵੱਖਰੀ ਗੱਲ ਆ ਵੀ ਬਾਅਦ ਦੇ ਵਿੱਚ ਫਿਰ ਸ਼ਿਵ ਸੈਨਾ ਦੇ ਵਿੱਚ ਫੁੱਟ ਪਵਾ ਕੇ ਏਕਨਾਥ ਸ਼ਿੰਦੇ ਨੂੰ ਅੱਗੇ ਲਾ ਕੇ ਤੇ ਉਹਨਾਂ ਨੇ ਆਪਣੀ ਸਰਕਾਰ ਬਣਾ ਲਈ ਜੀ। ਇੱਕ ਤਾਂ ਕਾਰਨਾਮਾ ਕੀਤਾ ਸੀ ਭਗਤ ਸਿੰਘ ਕੁਸ਼ਿਆਰੀ ਨੇ ਇਹ, ਦੂਜਾ ਕਾਰਨਾਮਾ ਉਹਨੇ ਕਰ ਦਿੱਤਾ ਸੀ ਕਿ ਇੱਕ ਦਿਨ ਉਹਨੇ ਤੁਲਨਾ ਕਰ ਦਿੱਤੀ ਨਿਤਨ ਗਡਕਰੀ ਦੀ ਕਿ ਨਿਤਨ ਗਡਕਰੀ ਦੇ ਵਿੱਚ ਜਿਹੜੀ ਹੈਗੀ ਪਰਤਵਾ ਤੇ ਇਹ ਇਸ ਕਿਸਮ ਦੀ ਹੈ ਕਿ ਬਹੁਤ ਕਾਬਲ ਬੰਦਾ ਹੈ ਜੀ। ਮਹਾਰਾਸ਼ਟਰ ਦੇ ਵਿੱਚ ਕਹਿੰਦੇ ਜਾਂ ਤਾਂ ਸ਼ਿਵਾਜੀ ਹੋਏ ਆ, ਮਹਾਰਾਜ ਜੀ ਨੂੰ ਮਰਹੱਟਾ ਆਗੂ ਕਹਿ ਦਿੰਦੇ ਹੈ, ਤੇ ਦੂਜਾ ਜੇ ਉਹਦੇ ਮੁਕਾਬਲੇ ਦਾ ਕੋਈ ਬੰਦਾ ਸ਼ਿਵਾਜੀ ਮਰਹੱਟੇ ਦਾ, ਉਹ ਹੈਗਾ ਜੀ ਇਹ ਨਿਤਨ ਗਡਕਰੀ ਜੀ। ਇਹਦੇ ਤੇ ਫਿਰ ਉੱਥੇ ਕਲੇਸ਼ ਪੈ ਗਿਆ। ਲੋਕ ਕਹਿੰਦੇ ਵੀ ਤੁਸੀਂ ਮਰਹੱਟਾ ਸ਼ਿਵਾਜੀ ਨਾਲ ਇਹਨੂੰ ਕਿਵੇਂ ਮਿਲਾਤਾ। ਜਿਵੇਂ ਤੁਹਾਡੇ ਯਾਦ ਹੋਣਾ ਆਪਣੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਲੋਕ ਇਹ ਕਹਿੰਦੇ ਹੁੰਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਤਾਂ ਰਾਜ ਦੇ ਵਿੱਚ ਦੀਵਾ ਬੁਝਦਾ ਹੀ ਨਹੀਂ ਹੁੰਦਾ ਸੀ ਤੇ ਇੱਥੇ ਜਗਦਾ ਹੀ ਨਹੀਂ ਹੈ। ਇਹੋ ਜਿਹੀਆਂ ਗੱਲਾਂ ਹੋਣ ਲੱਗ ਗਈਆਂ ਸੀ, ਲਗਭਗ ਉਹੀ ਕੁਛ ਉੱਥੇ ਹੋਇਆ।
ਸੋ ਉਹ ਜਦੋਂ ਹੋਣ ਤੋਂ ਬਾਅਦ ਸਾਰਾ ਕੁਝ ਲੋਕਾਂ ਦਾ ਉਹਦੇ ਖਿਲਾਫ ਫਿਰ ਐਡਾ ਜ਼ਿਆਦਾ ਮਤਲਬ ਜਿਹੜਾ ਹੈਗਾ ਇੱਕ ਬਵਾਲ ਖੜਾ ਹੋ ਗਿਆ ਜੀ, ਬੰਡਰ ਖੜਾ ਹੋ ਗਿਆ। ਉਹ ਕਹਿੰਦੇ ਜੀ ਇਹ ਬੰਦੇ ਨੂੰ ਤਾਂ ਇਮੀਡੀਏਟ ਬਰਖਾਸਤ ਕਰ ਦਿੱਤਾ, ਗਵਰਨਰ ਰਹਿਣ ਦੇ ਕਾਬਿਲ ਹੀ ਨਹੀਂ। ਜੀ, ਜਿਸ ਬੰਦੇ ਨੇ ਸ਼ਿਵਾਜੀ ਮਰਹੱਟੇ ਦੀ ਜਿਹੜੀ ਹੈਗੀ ਹੈ ਇਨਸਲਟ ਕੀਤੀ ਹੈ, ਉਹਦੀ ਬੇਇੱਜ਼ਤੀ ਕੀਤੀ ਹੈ, ਉਹਦਾ ਰੁਤਬਾ ਘਟਾਇਆ ਹੈ। ਜੀ, ਇਹ ਗੱਲਾਂ ਕਰਦਿਆਂ ਫਿਰ ਇਹਨਾਂ ਨੇ ਕੁਸ਼ਿਆਰੀ ਸਾਹਿਬ ਨੇ ਇੱਕ ਚਿੱਠੀ ਲਿਖ ਦਿੱਤੀ ਅਮਿਤ ਸ਼ਾਹ ਨੂੰ ਜੀ, ਕਿ ਅਮਿਤ ਸ਼ਾਹ ਜੀ ਮੈਨੂੰ ਸੇਧ ਦਿਓ, ਮੈਂ ਕੀ ਕਰਾਂ। ਹੂੰ, ਫਿਰ ਉਹਨੂੰ ਪਤਾ ਲੱਗ ਗਿਆ ਕਿ ਜਾਂ ਕੋਈ ਇਸ਼ਾਰਾ ਮਿਲ ਗਿਆ ਨਾ, ਤੇ ਉਹਨੇ ਕਹਿਤਾ ਇੱਕ ਚਿੱਠੀ ਲਿਖ ਦਿੱਤੀ ਪ੍ਰਧਾਨ ਮੰਤਰੀ ਨੂੰ ਵੀ ਜੀ ਮੈਂ ਤਾਂ ਆਪਦੇ ਲਿਖਣ ਪੜ੍ਹਨ ਦਾ ਕੰਮ ਕਰਨਾ ਹੈ ਤੇ ਮੈਂ ਦੇਣਾ ਅਸਤੀਫਾ, ਤੇ ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ, ਭੇਜ ਦਿੱਤਾ ਜਾਵੇ ਰਾਸ਼ਟਰਪਤੀ ਨੂੰ। ਜੀ, ਉਦੋਂ ਫਿਰ ਇਹ ਗੱਲ ਆ ਗਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਜੀ, ਇਹ ਦਿੱਲੀ ਤੋਂ ਅਖਬਾਰਾਂ ਦੇ ਵਿੱਚ ਖਬਰ ਛਪੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੰਦਰ ਖਾਤੇ ਇਹ ਘੁਸਰ ਮੁਸਰ ਚੱਲੀ ਜਾਂਦੀ ਹੈ। ਹੂੰ, ਔਰ ਪੰਜਾਬ ਦੇ ਵਿੱਚ ਵੀ ਇਹ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਜੀ ਕੈਪਟਨ ਮਹਾਰਾਸ਼ਟਰ ਦਾ ਗਵਰਨਰ ਬਣਿਆ ਕਿ ਬਣਿਆ ਜੀ, ਅੱਜ ਗਵਰਨਰ ਬਣਿਆ ਤੇ ਕੱਲ ਗਵਰਨਰ ਬਣਿਆ। ਹੂੰ, ਦਾਨੇਵਾਲੀਆ ਸਾਹਿਬ, ਮੇਰਾ ਮੰਨਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਸ ਚੀਜ਼ ਦਾ ਰੌਲਾ ਪੈ ਜੇ ਨਾ, ਜੀ, ਉਹ ਨਹੀਂ ਹੁੰਦਾ ਆ ਕੰਮ। ਬੰਦਾ ਬਣੂਗਾ, ਕਦੇ ਉਹ ਨਹੀਂ ਹੁੰਦਾ, ਉਹਦੇ ਉਲਟ ਹੁੰਦਾ ਸਾਰਾ। ਹੂੰ, ਤੇ ਫਿਰ ਤੁਹਾਨੂੰ ਪਤਾ ਵੀ ਕਿਸੇ ਹੋਰ ਨੇ ਨਹੀਂ, ਖੁਦ ਕੈਪਟਨ ਅਮਰਿੰਦਰ ਸਿੰਘ ਨੇ ਆਪ ਹੀ ਆ ਕੇ ਇਹਦਾ ਖੰਡਨ ਕਰਤਾ ਸੀ। ਜੀ, ਉਹਨੇ ਕਹਿੰਦਾ ਯਾਰ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਵੀ ਤੈਨੂੰ ਬਣਾਵਾਂਗੇ। ਹਾਂ, ਨਾ ਮੈਨੂੰ ਕਿਸੇ ਨੇ ਪੁੱਛਿਆ ਤੇ ਨਾ ਮੈਨੂੰ ਕਿਸੇ ਨੇ ਕਿਹਾ। ਇਹ ਖਬਰਾਂ ਐ ਕਿਵੇਂ ਲੱਗੀ ਜਾਂਦੀਆਂ, ਇਹ ਜਿਹੜੀਆਂ ਉਹੀ ਖਬਰਾਂ ਲੱਗੀ ਜਾਂਦੀਆਂ, ਕਿਹਦੀ ਮਰਜ਼ੀ ਨਾਲ ਲੱਗੀ ਜਾਂਦੀਆਂ। ਹੂੰ, ਅਗਲੀ ਗੱਲ ਉਹਨੇ ਕਹਿਤੀ ਸੀ ਕਿ ਮੇਰਾ ਫੈਸਲਾ, ਮੈਂ ਕਿੱਥੇ ਰਹਿਣਾ ਕਿੱਥੇ ਨਹੀਂ ਰਹਿਣਾ, ਇਹ ਫੈਸਲਾ ਮੇਰਾ ਕਰਨਾ ਹੈ ਨਰਿੰਦਰ ਮੋਦੀ ਨੇ। ਜੀ, ਮੈਂ ਪ੍ਰਧਾਨ ਮੰਤਰੀ ਨੂੰ ਸਮਰਪਿਤ ਹਾਂ ਤੇ ਜੋ ਪ੍ਰਧਾਨ ਮੰਤਰੀ ਕਹੂਗਾ ਉਹੀ ਹੋਊਗੀ। ਹੂੰ, ਅੱਜ ਕਈ ਅਖਬਾਰਾਂ ਦੇ ਵਿੱਚ ਤਾਂ ਇਹ ਟਿੱਪਣੀਆਂ ਲੱਗ ਗਈਆਂ ਵੀ ਕੈਪਟਨ ਦੇ ਜਿਹੜੇ ਸਮਰਥਕ ਹੈ ਉਹ ਮਤਲਬ ਜਿਹੜੇ ਭਰੇ ਪੀਤੇ ਰਹਿ ਗਏ, ਉਹਨਾਂ ਦੇ ਲੀੜੇ ਕੱਪੜੇ ਸਮਾਏ ਐਵੇਂ ਹੀ ਰਹਿ ਗਏ ਵੀ ਸੁੱਥਣਾ ਸਵਾਈਆਂ ਰਹਿ ਗਈਆਂ, ਪੰਜਾਬੀ ਕਹਿੰਦੇ ਸੁੱਥਣਾ ਸਵਾਈਆਂ। ਵੀ ਆਪਾਂ ਤਾਂ ਜੀ ਉਹ ਸੈਰੇਮਨੀ 'ਚ ਜਾਵਾਂਗੇ, ਬੰਬੇ ਜਾਵਾਂਗੇ, ਉਹ ਤਾਂ ਰਹਿ ਗਏ ਉਵੇਂ ਦੇ ਉਵੇਂ ਪਾਸੇ ਦੇ ਪਾਸੇ। ਇਹ ਗੱਲਾਂ ਲੱਗਣ ਲੱਗ ਗਈਆਂ ਜੀ, ਕੁਛ ਨੇ ਕਹਿਤਾ ਜੀ ਕੈਪਟਨ ਨੂੰ ਪੁੱਛਿਆ ਨਹੀਂ ਕਿਸੇ ਨੇ ਵਗੈਰਾ ਵਗੈਰਾ। ਪਰ ਇੱਕ ਹਿੰਦੀ ਦਾ ਅਖਬਾਰ ਹੈ ਤੇ ਹਿੰਦੀ ਦੇ ਅਖਬਾਰ ਨੇ ਖਬਰ ਇਹਦੇ ਉਲਟ ਲਾਤੀ। ਅੱਛਾ ਜੀ। ਉਹ ਕਹਿੰਦੇ ਵੀ ਭਾਰਤੀ ਜਨਤਾ ਪਾਰਟੀ ਵਾਸਤੇ ਜਿਹੜਾ ਮੇਨ ਏਜੰਡਾ ਉਹ 2024 ਦੀਆਂ ਚੋਣਾਂ ਹੈ, ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਜੀ। ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਜਿਹੜੇ ਚਿਹਰੇ ਆ, ਪੁਰਾਣੇ ਚਿਹਰੇ ਆ ਭਾਰਤੀ ਜਨਤਾ ਪਾਰਟੀ ਤੋਂ ਵੱਖਰੇ ਚਿਹਰੇ ਜਿਹੜੇ ਕਾਂਗਰਸ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਹੈ, ਉਹਨਾਂ ਚਿਹਰਿਆਂ ਨੂੰ ਮੁੱਖ ਰੱਖ ਕੇ ਉਹ ਲੋਕ ਜਿਹੜੇ ਹੈਗੇ ਆ ਚੋਣਾਂ ਲੜਨਗੇ। ਉਹਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਜਿਹੜਾ ਹੈਗਾ ਸਿਖਰਲਿਆਂ 'ਚ ਹੈ ਤੇ ਆਪਣਾ ਤੁਹਾਡਾ ਸੁਨੀਲ ਜਾਖੜ ਵੀ ਸਿਖਰਲਿਆਂ 'ਚ ਹੈ। ਕਿਉਂਕਿ ਸੁਨੀਲ ਜਾਖੜ ਬਾਰੇ ਤੁਹਾਨੂੰ ਪਤਾ ਵੀ ਸੁਨੀਲ ਜਾਖੜ ਬੜਾ ਬੇਬਾਕ ਬੰਦਾ ਹੈ ਜੀ, ਔਰ ਇਹ ਦੋਨੋਂ ਬੰਦੇ ਜਿਹੜੀ ਹੈ ਨੈਸ਼ਨਲ ਐਗਜ਼ੈਕਟਿਵ ਹੈ ਭਾਰਤੀ ਜਨਤਾ ਪਾਰਟੀ ਦੇ, ਉਹਦੇ ਮੈਂਬਰ ਹੈ। ਇਹ ਹੁਣ ਇਹਨਾਂ ਚੋਂ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ। ਲੇਕਿਨ ਇਹਦਾ ਇੱਕ ਦੂਜਾ ਪੱਖ ਹੈ ਕਿ ਜਿਹੜੇ ਗਵਰਨਰ ਬਣਾਏ ਹੈ, 6 ਤਾਂ ਇਹਨਾਂ ਨੇ ਬਣਾਤੇ ਜੀ ਨਵੇਂ ਗਵਰਨਰ, ਤੇ 7 ਨੂੰ ਕਰਤਾ ਇੱਧਰ ਉੱਧਰ ਜੀ, ਉਹਨਾਂ ਦੀਆਂ ਬਦਲੀਆਂ ਕਰਤੀਆਂ। ਲੇਕਿਨ ਦਾਨੇਵਾਲੀਆ ਸਾਹਿਬ ਜਿਹੜੀ ਸਭ ਤੋਂ ਅਫਸੋਸਨਾਕ ਗੱਲ ਹੋਈ ਹੈ, ਉਹ ਅਫਸੋਸਨਾਕ ਹੋਈ ਹੈ ਕਿ ਮਿਸਟਰ ਜਸਟਿਸ ਨਜ਼ੀਰ ਜਿਹੜੇ ਹੈਗੇ ਆ ਜੀ, ਇਹ ਤੁਹਾਨੂੰ ਪਤਾ ਵੀ ਸੁਪਰੀਮ ਕੋਰਟ ਦੇ ਜੱਜ ਰਹੇ ਹੈ ਔਰ ਕਾਫੀ ਸਮਾਂ ਇਹ ਸੁਪਰੀਮ ਕੋਰਟ ਦੇ ਜੱਜ ਰਹੇ ਹੈ। ਇਹਨਾਂ ਨੇ ਬੜੇ ਜਿਹੜੇ ਹੈਗੇ ਅਹਿਮ ਫੈਸਲਿਆਂ ਦੇ ਵਿੱਚ ਸ਼ਾਮਲ ਰਹੇ ਹੈ ਜੀ। ਇਹ ਉਸ ਫੈਸਲੇ ਦੇ ਵਿੱਚ ਵੀ ਸ਼ਾਮਲ ਰਹੇ ਹੈ ਜਿਹੜਾ ਫੈਸਲੇ ਦੇ ਰਾਹੀਂ ਸਾਰਾ ਕੁਝ ਜਿਹੜਾ ਫਾਈਲ ਦੇ ਉੱਤੇ ਇਹ ਆ ਗਿਆ ਸੀ ਕਿ ਜਿਹੜਾ ਬਾਬਰੀ ਮਸਜਿਦ ਹੈ, ਬਾਬਰੀ ਮਸਜਿਦ ਸੈਂਕੜੇ ਸਾਲਾਂ ਤੋਂ ਹੈ ਜੀ, ਔਰ ਇਹ ਬਾਬਰੀ ਮਸਜਿਦ ਹੈ, ਇੱਥੇ ਕਦੇ ਜਿਹੜਾ ਹੈਗਾ ਰਾਮ ਮੰਦਿਰ ਨਹੀਂ ਸੀ ਹੁੰਦਾ। ਲੇਕਿਨ ਇੱਕ ਸੰਵਿਧਾਨਕ ਹਵਾਲਾ, ਜਿਹੜਾ ਸੰਵਿਧਾਨਕ ਧਾਰਾ ਦਾ ਹਵਾਲਾ ਦੇ ਕੇ ਇੱਕ ਸੰਵਿਧਾਨਕ ਬੈਂਚ ਨੇ ਇਹ ਫੈਸਲਾ ਕਰ ਦਿੱਤਾ ਸੀ ਕਿ ਆਸਥਾ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜਗ੍ਹਾ ਜਿਹੜੀ ਹੈ ਜੀ ਇਹ ਰਾਮ ਮੰਦਿਰ ਨੂੰ ਦਿੱਤੀ ਜਾਂਦੀ ਹੈ ਤੇ ਬਾਬਰੀ ਮਸਜਿਦ ਵਾਸਤੇ ਜਗ੍ਹਾ ਬਾਹਰ ਦਿੱਤੀ ਜਾਂਦੀ ਹੈ। ਉਹਦੇ ਵਿੱਚ ਜਸਟਿਸ ਨਜ਼ੀਰ ਜਿਹੜੇ ਹੈਗੇ ਆ ਜੀ, ਵੈਸੇ ਇਹਨਾਂ ਦਾ ਪੂਰਾ ਨਾਂ ਐਸ ਅਬਦੁਲ ਨਜ਼ੀਰ ਹੈ ਜੀ, ਇਹ ਵੀ ਉਹਨਾਂ ਦੇ ਵਿੱਚ ਸੀਗੇ ਤੇ ਇਹਨਾਂ ਨੇ ਉਹਦੇ ਤੇ ਮੋਹਰ ਲਾਈ ਸੀ ਵੀ ਇਹ ਠੀਕ ਹੈ। ਫਿਰ 3 ਤਲਾਕ ਵਾਲਾ ਮਾਮਲਾ ਜਿਹੜਾ ਇਹ ਵੀ ਉਹਨਾਂ ਦੇ ਉਲਟੀ ਜਾਂਦਾ ਸੀਗਾ ਮੁਸਲਿਮ ਭਾਈਚਾਰੇ ਦੇ, ਇਹ ਵੀ ਉਹਨਾਂ ਨੇ ਕੀਤਾ ਸੀ ਤੇ ਕੁਝ ਹੋਰ ਫੈਸਲੇ ਵੀ ਇਹਨਾਂ ਨੇ ਕੀਤੇ ਹੈ ਜੀ, ਜਿਹੜੇ ਫੈਸਲਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮਤਲਬ ਟਿੱਪਣੀਆਂ ਹੁੰਦੀਆਂ ਰਹੀਆਂ। ਹੁਣ ਇਹਦੇ ਤੇ ਜਿਹੜਾ ਹੋਇਆ ਜੀ, ਇਹਦੇ ਤੇ ਵਿਵਾਦ ਵੀ ਸ਼ੁਰੂ ਹੋ ਗਿਆ ਜੀ ਕਿ ਇਹ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ, ਜੋ ਕੀਤਾ ਹੈ ਗਲਤ ਕੀਤਾ ਹੈ ਤਾਂ ਜੀ ਮਾੜੀ ਗੱਲ ਹੈ। ਇਹ ਜਿਹੜਾ ਹੈਗਾ ਜੁਡੀਸ਼ਰੀ ਦੇ ਵਿੱਚ ਜਿਹੜੇ ਲੋਕ ਹੈ ਉਹਨਾਂ ਨੂੰ ਜਿਹੜਾ ਇਸ ਪਾਸੇ ਨਹੀਂ ਲਿਆਉਣਾ ਚਾਹੀਦਾ। ਕਾਂਗਰਸ ਪਾਰਟੀ ਨੇ ਇੱਥੋਂ ਤੱਕ ਕਹਿ ਦਿੱਤੀ ਹੈ ਜੀ ਕਿ ਸੇਵਾ ਮੁਕਤੀ ਮਗਰੋਂ ਜੱਜਾਂ ਦੀ ਨਿਯੁਕਤੀ ਹੈ ਜਿਹੜਾ ਉਹ ਨਿਆਂਪਾਲਿਕਾ ਦੀ ਆਜ਼ਾਦੀ ਲਈ ਵੱਡਾ ਖਤਰਾ ਹੈ।
ਇਹ ਕਾਂਗਰਸ ਪਾਰਟੀ ਨੇ ਕਹਿਤਾ। ਪ੍ਰਧਾਨਿਆਲੀਆ ਸਾਹਿਬ, ਇੱਥੇ ਗੱਲ ਨੋਟ ਕਰਨ ਵਾਲੀ ਹੈ ਕਿ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਵੀ ਜੱਜਾਂ ਦੀ ਨਿਯੁਕਤੀ ਹੁੰਦੀ ਰਹੀ। ਬਿਲਕੁਲ ਬਿਲਕੁਲ। ਇਹ ਜੈਰਾਮ ਰਮੇਸ਼ ਇਹਨਾਂ ਦੇ ਜਿਹੜੇ ਹੈਗੇ ਕਾਫੀ ਵੱਡੇ ਲੀਡਰ ਹੈ, ਜਿਨ੍ਹਾਂ ਨੇ ਜਿਹੜੀ ਭਾਰਤ ਜੋੜੋ ਯਾਤਰਾ ਸੀ ਰਾਹੁਲ ਗਾਂਧੀ ਦੀ, ਉਹਦੇ ਵਿੱਚ ਉਹਨਾਂ ਨੇ ਵੱਡਾ ਕੰਮ ਕੀਤਾ ਹੈ। ਜੈਰਾਮ ਰਮੇਸ਼ ਨੇ ਇਹਦੇ ਤੇ ਇੱਕ ਜਿਹੜਾ ਆਪਣਾ ਟਵੀਟ ਕੀਤਾ, ਉਹਨਾਂ ਨੇ ਨਾਲ ਇੱਕ ਹੋਰ ਸਟੇਟਮੈਂਟ ਵੀ ਲਾਈ ਹੈ ਜੀ। ਉਹ ਸਟੇਟਮੈਂਟ ਹੈ 2012 ਦੀ, ਅਰੁਣ ਜੇਤਲੀ ਦੀ ਇੱਕ ਪੁਰਾਣੀ ਵੀਡੀਓ ਹੈ, ਵੀਡੀਓ ਕਲਿੱਪ ਹੈ, ਮਤਲਬ ਆਪਾਂ ਸਟੇਟਮੈਂਟ ਹੀ ਕਹਿ ਸਕਦੇ ਹਾਂ ਉਹਨੂੰ, ਕਿਉਂਕਿ ਵੀਡੀਓ ਕਲਿੱਪ ਅੱਜ ਕੱਲ ਸਟੇਟਮੈਂਟਾਂ ਦੇ ਰੂਪ ਦੇ ਵਿੱਚ ਹੀ ਆਉਂਦੀ ਹੈ। ਸਾਡੇ ਮੁੱਖ ਮੰਤਰੀ ਸਾਹਿਬ ਉਹ ਕਰਦੇ ਹੈ। ਉਹਨਾਂ ਨੇ, ਅਰੁਣ ਜੇਤਲੀ ਸਾਹਿਬ ਨੇ 2012 ਚ ਕਿਹਾ ਸੀ, ਇਹ ਗੱਲ ਕਹੀ ਸੀ ਕਿ ਪਿਛਲੇ 4 ਸਾਲਾਂ ਵਿੱਚ ਜੋ ਕੁਝ ਹੋਇਆ ਹੈ ਉਸ ਲਈ ਕਾਫੀ ਸਬੂਤ ਹਨ। ਠੀਕ ਹੈ, ਉਹਨਾਂ ਨੇ ਕਿਹਾ ਸੀਗਾ ਕਿ ਕਿਸੇ ਵੀ ਬੰਦੇ ਨੂੰ ਅਜਿਹਾ ਨਹੀਂ ਲਾਉਣਾ ਚਾਹੀਦਾ, ਇਹ ਗਲਤ ਹੈ। ਇਹ ਜਿਹੜਾ ਬੰਦਾ ਜੁਡੀਸ਼ਰੀ ਚੋਂ ਰਿਟਾਇਰ ਹੁੰਦਾ ਹੈ, ਆਫਟਰ ਰਿਟਾਇਰਮੈਂਟ ਉਹਨੂੰ ਜੱਜ ਨਹੀਂ ਲਾਉਣਾ ਜੀ, ਸੌਰੀ ਗਵਰਨਰ ਨਹੀਂ ਲਾਉਣਾ, ਜਾਂ ਕੋਈ ਉਹਨੂੰ ਜਿਹੜਾ ਸਿਆਸੀ ਅਹੁਦਾ ਨਹੀਂ ਦੇਣਾ, ਸੰਵਿਧਾਨਕ ਅਹੁਦਾ ਨਹੀਂ ਦੇਣਾ ਚਾਹੀਦਾ। ਜੇ ਉਹਨੂੰ ਸੰਵਿਧਾਨਕ ਅਹੁਦਾ ਦੇਣ ਦੀ ਇਹ ਪਿਰਤ ਐਵੇਂ ਰਹੀ ਤਾਂ ਫਿਰ ਉਹ ਕਹਿੰਦੇ ਵੀ ਜਿਹੜੇ ਐਨ ਆਪਣੀ ਸਰਵਿਸ ਦੇ ਆਖਰੀ ਦਿਨਾਂ ਦੇ ਵਿੱਚ ਜਾਂ ਆਖਰੀ ਮਹੀਨਿਆਂ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਹੈ, ਉਹ ਫੈਸਲੇ ਜਿਹੜੇ ਹੈਗੇ ਉਹ ਫੈਸਲੇ ਆਪਣੇ ਭਵਿੱਖ ਨੂੰ ਰੱਖ ਕੇ ਜੱਜ ਕਰਦੇ ਹੈ ਜੀ, ਕਿ ਸਾਨੂੰ ਗਾ ਨਵੀਂ ਥਾਂ ਦੇ ਉੱਤੇ ਨਵਾਂ ਅਹੁਦਾ ਮਿਲ ਜੇ। ਇਹ ਗੱਲ ਉਹਨਾਂ ਨੇ ਕਹੀ ਸੀ। ਉਹ ਕਹਿੰਦੇ ਵੀ ਅਰੁਣ ਜੇਤਲੀ ਸਾਹਿਬ ਜਿਹੜੇ ਕਾਨੂੰਨ ਮੰਤਰੀ ਵੀ 2012 ਦੇ ਵਿੱਚ, ਤੁਹਾਨੂੰ ਪਤਾ ਵੀ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀਗੀ, ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ। ਪਰ ਹੁਣ ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਰਹੀ ਤੇ ਇਹ ਸਾਰਾ ਕੁਝ ਹੋਣ ਲੱਗ ਗਿਆ। ਉਸ ਵੇਲੇ ਜੇ ਆਪਾਂ ਦੇਖੀਏ, ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਵੀ ਜਿਹੜੀ ਭਾਰਤ ਦੀ ਪਹਿਲੀ ਜੱਜ ਸੀ, ਜਿਹੜੀ ਸੀ ਫਾਤਮਾ ਬੀਵੀ, ਜਿਹੜੀ ਪਹਿਲੀ ਜੱਜ ਸੀ ਜੀ, ਉਹਨਾਂ ਨੂੰ ਵੀ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਸੀ। ਗਵਰਨਰ ਨਿਯੁਕਤ ਕੀਤਾ ਗਿਆ ਸੀ। ਫਿਰ ਉਹਨਾਂ ਨੇ ਕੁਝ ਟਿੱਪਣੀਆਂ ਕਰਤੀਆਂ ਸੀ ਤੇ ਉਹਨਾਂ ਟਿੱਪਣੀਆਂ ਦੇ ਚੱਲਦਿਆਂ ਉਹਨਾਂ ਨੂੰ ਫਿਰ ਵਾਪਸ ਜਿਹੜਾ ਹੈਗਾ ਬੁਲਾ ਲਿਆ ਸੀ, ਆਪਣੇ ਆਪ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਜੀ। ਇਸੇ ਤਰੀਕੇ ਤੁਸੀਂ ਦੇਖਣਾ ਕਿ ਜਿਹੜਾ ਇਹ ਸੰਵਿਧਾਨਕ ਬੈਂਚ ਆ ਬਾਬਰੀ ਮਸਜਿਦ ਵਾਲਾ ਤੇ ਰਾਮ ਮੰਦਿਰ ਵਾਲਾ ਜੀ, ਇਸ ਸੰਵਿਧਾਨਕ ਬੈਂਚ ਦੀ ਅਗਵਾਈ ਕਰਦੇ ਸੀ ਜਸਟਿਸ ਰੰਜਨ ਗੋਗੋਈ, ਜਿਹੜੇ ਭਾਰਤ ਦੇ ਚੀਫ ਜਸਟਿਸ ਹੁੰਦੇ ਸੀ। ਤੇ ਉਹਨਾਂ ਨੂੰ ਵੀ ਜਿਹੜਾ ਹੈਗਾ, ਤੁਹਾਨੂੰ ਪਤਾ, ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਜੀ। ਉਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਰਾਜ ਸਭਾ ਦੇ ਵਿੱਚ ਜਾ ਕੇ ਜੁਡੀਸ਼ਰੀ ਤੇ ਸਰਕਾਰ ਦੇ ਦਰਮਿਆਨ ਇੱਕ ਪੁਲ ਦਾ ਕੰਮ ਕਰੂੰਗਾ। ਲੇਕਿਨ ਜਦੋਂ ਉਹਨਾਂ ਨੇ ਸਹੁੰ ਚੁੱਕ ਲਈ, ਉਹ ਤੋਂ ਬਾਅਦ ਉਹ ਕਦੇ ਰੜਕੇ ਨਹੀਂ ਰਾਜ ਸਭਾ ਦੇ ਵਿੱਚ। ਉਹਨਾਂ ਨੇ ਜੁਡੀਸ਼ਰੀ ਤੇ ਸਰਕਾਰ ਦੇ ਸੰਬੰਧਾਂ ਨੂੰ ਸੁਧਾਰਨ ਬਾਰੇ ਕਦੇ ਕੋਈ ਗੱਲ ਕਹੀ ਹੋਵੇ ਆਪਣੇ ਧਿਆਨ ਚ ਨਹੀਂ ਜੀ। ਦਾਨੀਆਲੀਆ ਸਾਹਿਬ ਜੀ ਬਿਲਕੁਲ, ਇਹ ਤਾਂ ਹੋਈ ਜੀ ਇਹਨਾਂ ਦੀ ਗੱਲ। ਤੇ ਹੁਣ ਆਪਾਂ ਪੰਜਾਬ ਦੀ ਗੱਲ ਕਰ ਲਈਏ। ਪੰਜਾਬ ਦੇ ਅਮਨ ਕਾਨੂੰਨ ਨੂੰ ਲੈ ਕੇ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ, ਉਹ ਬੜੇ ਰੈਸਟਲੈਸ ਨਜ਼ਰ ਆ ਰਹੇ ਨੇ। ਇੱਕ ਪਾਸੇ ਉਹ ਉਂਗਲ ਚੱਕਦੇ ਨੇ ਕਿ ਮੇਰੇ ਬੱਚੇ ਦੀ ਤਾਂ ਤੁਸੀਂ ਸਿਕਿਉਰਿਟੀ ਘਟਾਤੀ, ਤੇ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀਗੇ ਉਹ ਆਪਦੀ ਧਰਮ ਪਤਨੀ ਨੂੰ 40 ਗਨਮੈਨ ਤੇ ਗੱਡੀਆਂ ਦੇ ਰਹੇ ਨੇ। ਦੂਜਾ, ਉਹ ਬਹੁਤ ਵੱਡਾ ਐਲਾਨ ਵੀ ਕਰਦੇ ਨੇ ਜਿਹਦੇ ਨਾਲ ਸਿਆਸਤ 'ਚ ਬਹੁਤ ਵੱਡੀ ਹਲਚਲ ਪੈਦਾ ਹੋਈ ਹੈ। ਬਿਲਕੁਲ ਦਾਨੇਵਾਲੀਆ ਸਾਹਿਬ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਜਿਹੜਾ ਅਮਨ ਕਾਨੂੰਨ ਹੈ ਜੀ, ਪੰਜਾਬ ਦਾ ਅਮਨ ਕਾਨੂੰਨ ਕਦੇ ਵੀ ਚੰਗਾ ਨਹੀਂ ਰਿਹਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਵੇਲੇ ਮਾੜਾ ਹੈ। ਅਕਾਲੀ ਦਲ ਵੇਲੇ ਵੀ ਕੋਈ ਅਮਨ ਕਾਨੂੰਨ ਠੀਕ ਨਹੀਂ ਰਿਹਾ, ਕਾਂਗਰਸ ਪਾਰਟੀ ਵੇਲੇ ਵੀ ਅਮਨ ਕਾਨੂੰਨ ਕੋਈ ਬੜਾ ਵਧੀਆ ਨਹੀਂ ਰਿਹਾ ਜੀ। ਤੇ ਜੇ ਆਪਾਂ ਕਹਿ ਦਈਏ ਕਿ ਹੁਣ ਅਮਨ ਕਾਨੂੰਨ ਦੇ ਵਿੱਚ ਬੜਾ ਸੁਧਾਰ ਹੋ ਗਿਆ, ਉਹ ਸੁਧਾਰ ਤਾਂ ਸਾਨੂੰ ਦਿਖਦਾ ਹੈ। ਜਿਹੜੇ ਲੋਕ ਜ਼ਮੀਨ ਤੇ ਰਹਿੰਦੇ ਆ ਉਹਨਾਂ ਦਾ ਇੱਕ ਵੱਖਰੀ ਗੱਲ ਹੈ। ਪਰ ਜੀ ਇੱਕ ਅਖਬਾਰ ਹੈ ਜਲੰਧਰ ਤੋਂ ਨਿਕਲਦਾ, ਹਿੰਦੀ ਦਾ ਅਖਬਾਰ, ਉਹ ਅਖਬਾਰ ਦੇ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਅਖਬਾਰ ਇੱਕ ਇੰਡਸਟਰੀਲਿਸਟ ਨੇ ਤੋਰਿਆ ਹੋਇਆ, ਤੇ ਉਹ ਇੰਡਸਟਰੀਲਿਸਟ ਵੀ ਜਿਹੜਾ ਹੈਗਾ ਬੜਾ ਵਿਵਾਦਾਂ ਦੇ ਵਿੱਚ ਰਿਹਾ। ਉਹਦੀ ਇੱਕ ਕੰਬਲਾਂ ਦੀ ਫੈਕਟਰੀ ਹੁੰਦੀ ਸੀ ਜਲੰਧਰ ਦੇ ਵਿੱਚ ਲੱਗੀ ਹੋਈ ਜੀ, ਉਹ ਤੁਹਾਡੇ ਯਾਦ ਹੋਣਾ, ਉਹਦਾ ਲੈਂਟਰ ਡਿੱਗ ਪਿਆ ਸੀ ਤੇ ਕਈ ਸਾਰੇ ਮਜ਼ਦੂਰ ਉਹਦੇ ਅੰਦਰ ਆ ਗਏ, ਦੱਬੇ ਗਏ ਸੀ। ਫਿਰ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇੱਕ ਬੀਜੇਪੀ ਦੇ ਇੱਕ ਲੀਡਰ, ਆਪਣਾ ਆਮ ਆਦਮੀ ਪਾਰਟੀ ਦੇ ਇੱਕ MLA ਦੇ ਭਰਾ ਦਾ ਤੇ MLA ਦਾ ਇੱਕ ਝਗੜਾ ਇੱਕ ਪੁਲਿਸ ਅਫਸਰ ਨਾਲ ਹੋਇਆ ਸੀ। ਤੇ ਉਹ ਪੁਲਿਸ ਅਫਸਰ ਦਾ ਝਗੜਾ ਮਿਟਾਉਣ ਵਾਸਤੇ ਉਸੇ ਅਖਬਾਰ ਦੇ ਦਫ਼ਤਰ ਦੇ ਵਿੱਚ ਚਲੇ ਗਏ ਸੀ ਤੇ ਉੱਥੇ ਕੁੱਟ ਕਟਾਪਾ ਵੀ ਹੋ ਗਿਆ ਸੀ ਜੀ। ਇਹ ਮਤਲਬ ਹੈ ਵੀ ਇੱਥੋਂ ਜੇ ਪਤਾ ਲੱਗਦਾ ਵੀ ਜੇ MLA ਦਾ ਤੇ ਪੁਲਿਸ ਅਫਸਰ ਦਾ ਸਮਝੌਤਾ ਕਰਾਉਂਦਾ ਅਖਬਾਰ ਦਾ ਮਾਲਕ, ਤਾਂ ਉਹ ਅਖਬਾਰ ਦੀ ਇੰਟੈਗ੍ਰਿਟੀ ਜੀ ਉਹਦੀ ਜਿਹੜੀ ਹੈਗੀ ਹੈ, ਉਹਦੀ ਨਿਰਪੱਖਤਾ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਵੀ ਉਹ ਕਿੰਨਾ ਕੁ ਨਿਰਪੱਖ ਹੈ। ਉਸ ਅਖਬਾਰ ਨੇ ਕਹਿ ਦਿੱਤਾ ਜੀ ਵੀ ਜਿਹੜੀ ਆਹ ਸਰਕਾਰ ਹੈ, ਭਗਵੰਤ ਮਾਨ ਹੋਰਾਂ ਦੀ ਸਰਕਾਰ, ਇਹਨਾਂ ਦੀ ਕਾਰਗੁਜ਼ਾਰੀ ਅਮਨ ਕਾਨੂੰਨ ਦੇ ਮਾਮਲੇ 'ਚ ਬਹੁਤ ਹੀ ਤਸੱਲੀ ਬਖਸ਼ ਹੈ ਜੀ। ਕਹਿੰਦੇ ਵੀ ਅਕਾਲੀ ਦਲ ਦੇ ਰਾਜ 'ਚ ਵੀ ਅਮਨ ਕਾਨੂੰਨ ਦੀ ਜਿੰਨੀ ਹਾਲਤ ਮਾੜੀ ਸੀ, ਜਿੰਨੀ ਕਾਂਗਰਸ ਦੇ ਮਾਮਲੇ 'ਚ ਮਾੜੀ ਸੀ, ਉਹਦੇ ਨਾਲੋਂ ਉਹਨਾਂ ਨੇ ਕੁਝ ਅੰਕੜੇ ਵੀ ਦਿੱਤੇ, ਉਹਦੇ ਨਾਲੋਂ ਇਹਨਾਂ ਦੇ ਵਿੱਚ ਜਿਹੜੀ ਹੈ ਅਮਨ ਕਾਨੂੰਨ ਦੀ ਹਾਲਤ ਠੀਕ ਹੈ।
ਪੁਲਿਸ ਠੀਕ ਕੰਮ ਕਰਦੀ ਹੈ, ਪੁਲਿਸ ਹਰ ਇੱਕ ਨੂੰ ਦੱਬ ਕੇ ਰੱਖਦੀ ਹੈ, ਜਿਹੜਾ ਮਾੜਾ ਅਨਸਰ ਹੁੰਦਾ ਉਹਨੂੰ ਫੜਦੀ ਹੈ, ਜੀ ਮੁਕਾਬਲੇ ਵੀ ਹੁੰਦੇ ਆ, ਬਰਾਮਦਗੀਆਂ ਵੀ ਹੁੰਦੀਆਂ, ਸਾਰੇ ਅੰਕੜੇ ਉਕੜੇ ਦੇਖ ਕੇ ਤੇ ਉਹਨੇ ਇਹ ਸਾਬਤ ਕਰਤਾ। ਲਓ ਜੀ, ਕਹਿੰਦੇ ਇਹਨਾਂ ਦੇ ਰਾਜ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਵਧੀਆ, ਇਹ ਲੋਕ ਜਾਣਦੇ ਆ ਵੀ ਕਿੰਨੀ ਕੁ ਵਧੀਆ ਤੇ ਕਿੰਨੀ ਕੁ ਜੀ ਮਤਲਬ ਜਿਹੜੀ ਹੈਗੀ ਆ ਘਟੀਆ। ਹੂੰ ਹੁਣ ਇਹਦੇ ਤੇ ਇਹ ਹੈ ਕਿ ਸਿੱਧੂ ਮੂਸੇਵਾਲੇ ਦਾ ਤੁਹਾਨੂੰ ਆਪਾਂ ਨੂੰ ਪਤਾ ਵੀ 10 ਕੁ ਮਹੀਨੇ ਪਹਿਲਾਂ ਉਹਦਾ ਕਤਲ ਹੋਇਆ ਸੀ, ਹੂੰ ਔਰ ਉਹਦਾ ਕਤਲ ਤੋਂ ਪਹਿਲਾਂ ਉਹਦੀ ਜਿਹੜੀ ਸਿਕਿਉਰਿਟੀ ਹੈ ਉਹਦੇ ਵਿੱਚ ਕੱਟ ਲੱਗ ਗਈ ਸੀ। ਜੀ ਉਸ ਕੱਟ ਨੂੰ ਲੈ ਕੇ ਵੀ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਹੂੰ ਵੀ ਉਹ ਕੱਟ ਜਿਹੜੀ ਲੱਗੀ ਹੈ ਜੀ ਉਹ ਵੱਖਰੀ ਗੱਲ ਹੈ, ਪਰ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਸੀ ਇਹਦੇ ਤੇ ਲੋਕ ਦੁਖੀ ਸੀ ਜੀ ਕਿ ਇਹ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਨਹੀਂ ਸੀ ਹੋਣੀਆਂ ਚਾਹੀਦੀਆਂ, ਇਹਨਾਂ ਦੇ ਰਾਹੀਂ ਸ਼ਾਇਦ ਕਿਸੇ ਕਿਸਮ ਦੀ ਲੀਕੇਜ ਹੋਈ ਹੈ ਤੇ ਜਿਹੜੇ ਹੈਗੇ ਆ ਗੈਂਗਸਟਰ ਉਹਨਾਂ ਨੇ ਉਹਨੂੰ ਮਾਰਤਾ। ਜੀ ਲੇਕਿਨ ਸਿੱਧੂ ਮੂਸੇਵਾਲੇ ਦਾ ਬਾਪ ਇਹ ਗੱਲ ਕਹਿੰਦਾ ਕਿ ਮਾਰਨ ਵਾਲੇ ਬੰਦੇ ਤਾਂ ਜਿਹੜੇ ਇੱਕ ਸਧਾਰਨ ਲੋਕ ਹੈ, ਉਹ ਤਾਂ ਕਿਰਾਏ ਦੇ ਲੋਕ ਆ, ਪੈਸੇ ਲਏ ਉਹਨਾਂ ਨੇ ਮਾਰਤਾ ਤੇ ਚਲੇ ਗਏ, ਸਾਡੇ ਨਾਲ ਤਾਂ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਸੀ। ਪਰ ਜਿਨ੍ਹਾਂ ਨੇ ਅਸਲ ਮਰਵਾਇਆ ਉਹ ਕਹਿੰਦਾ ਉਹਨੂੰ ਫੜੋ ਨਾ। ਹਾਂ, ਕਹਿੰਦੇ ਜਿਹੜੇ ਸਫੈਦ ਪੋਸ਼ ਆ, ਸਫੈਦ ਪੋਸ਼ਾਂ ਨੂੰ ਕੋਈ ਹੱਥ ਨਹੀਂ ਪਾਉਂਦਾ, ਕਹਿੰਦੇ ਅਸੀਂ ਅਰਜ਼ੀਆਂ ਪਰਚੇ ਵੀ ਦਿੱਤੇ ਵਗੈਰਾ ਵਗੈਰਾ। ਤੁਹਾਨੂੰ ਪਤਾ ਪਿਛਲੇ ਦਿਨਾਂ 'ਚ ਸਿੱਧੂ ਮੂਸੇਵਾਲੇ ਦਾ ਪਿਤਾ ਬਿਮਾਰ ਹੋ ਗਿਆ ਸੀ, ਪਹਿਲਾਂ ਵੀ ਬਿਮਾਰ ਰਿਹਾ, ਹਾਰਟ ਦੀ ਉਹਨਾਂ ਨੂੰ ਟਰਬਲ ਹੈ, ਡਾਕਟਰ ਧਰਮਵੀਰ ਗਾਂਧੀ ਉਹਨਾਂ ਦਾ ਇਲਾਜ ਕਰਦੇ ਰਹੇ ਹੈ, ਫਿਰ ਉਹਨਾਂ ਨੂੰ ਪੀਜੀਆਈ ਭੇਜਤਾ ਸੀ, ਉਹ ਪੀਜੀਆਈ ਲਾ ਕੇ ਕੁਝ ਦਿਨ ਆਏ ਹੈ। ਵੈਸੇ ਉੱਥੇ ਹਰ ਐਤਵਾਰ ਨੂੰ ਮੂਸੇਵਾਲੇ ਪਿੰਡ ਦੇ ਵਿੱਚ ਲੋਕ ਇਕੱਠੇ ਹੁੰਦੇ ਆ ਤੇ ਇਕੱਠੇ ਹੋਏ ਲੋਕਾਂ ਦੇ ਵਿੱਚ ਜਾ ਕੇ ਉਹ ਆਪਣੀਆਂ ਗੱਲਾਂ ਬਾਤਾਂ ਕਰਦੇ ਹੈ ਜੀ। ਇਹ ਸਿੱਧੂ ਮੂਸੇਵਾਲੇ ਦਾ ਪਿਤਾ ਬਲਕੌਰ ਸਿੰਘ ਨਹੀਂ ਹੁੰਦਾ ਤਾਂ ਉਹਦੀ ਮਾਤਾ ਚਰਨ ਕੌਰ ਉੱਥੇ ਕੋਈ ਨਾ ਕੋਈ ਘਰੇ ਹੁੰਦਾ ਬੰਦਾ, ਜਜ਼ਬਾਤਾਂ ਦਾ ਇਜ਼ਹਾਰ ਕਰਦੇ ਜੀ, ਬੋਲਦੇ ਆ ਬਕਾਇਦਾ, ਉੱਥੇ ਜਲਸਾ ਵੱਡਾ ਇਕੱਠ ਹੁੰਦਾ ਹੈ। ਹੁਣ ਉਸ ਇਕੱਠ ਦੇ ਵਿੱਚ ਜਿਹੜਾ ਬਲਕੌਰ ਸਿੰਘ ਹੁਣੀ ਬੋਲੇ ਉਹ ਬੜਾ ਤਿੱਖਾ ਬੋਲੇ ਹੈ। ਉਹ ਕਹਿੰਦੇ ਵੀ ਯਾਰ ਪੰਜਾਬ ਦੀ ਹਾਲਤ ਕਿੰਨੀ ਚੰਗੀ ਹੈ, ਇਹਦੇ ਬਾਰੇ ਤਾਂ ਕਹਿੰਦਾ ਮੈਂ ਦੱਸੂਗਾ ਨਾ ਪੰਜਾਬ ਦੇ ਲੋਕਾਂ ਨੂੰ। ਮੈਂ ਕਹਿੰਦਾ ਜਿਹੜੀ ਥਾਰ ਗੱਡੀ ਹੈ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਸਫ਼ਰ ਕਰਦਾ ਸੀ ਤੇ ਉਹਦਾ ਕਤਲ ਹੋਇਆ ਸੀ, ਤੁਹਾਨੂੰ ਪਤਾ ਵੀ ਅੰਨ੍ਹੇਵਾਹ ਗੋਲੀ ਚੱਲੀ ਸੀ। ਬਿਲਕੁਲ ਬਿਲਕੁਲ। ਔਰ ਬੜੇ ਵੈਪਨ ਖਤਰਨਾਕ ਸੀ ਤੇ ਉਹਨਾਂ ਖਤਰਨਾਕ ਵੈਪਨਾਂ ਨੇ ਉਸ ਗੱਡੀ ਦਾ ਇੱਕ ਹਿੱਸਾ ਜਿਹੜਾ ਹੈਗਾ ਉਹ ਛਲਨੀ ਕਰਤਾ ਸੀ। ਉਸ ਤੋਂ ਬਾਅਦ ਮਤਲਬ ਜਿਹੜਾ ਹੈਗਾ ਉਹ ਗੱਡੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਈ ਸੀ, ਕਿਉਂਕਿ ਉਹ ਕੇਸ ਪ੍ਰਾਪਰਟੀ ਬਣ ਜਾਂਦੀ ਹੈ ਔਰ ਕੇਸ ਪ੍ਰਾਪਰਟੀ ਥਾਣੇ ਦੇ ਵਿੱਚ ਹੀ ਰਹਿੰਦੀ ਹੈ ਤੇ ਮੁੜ ਕੇ ਉਸ ਕੇਸ ਪ੍ਰਾਪਰਟੀ ਨੂੰ ਜੇ ਲੈਣਾ ਹੋਵੇ ਤਾਂ ਅਦਾਲਤ ਦੇ ਵਿੱਚੋਂ ਸਪੁਰਦਗੀ ਤੇ ਮਿਲਦੀ ਹੈ। ਅਦਾਲਤ ਵੱਲੋਂ ਇਹ ਵੀ ਹੁਕਮ ਹੁੰਦਾ ਹੈ ਕਿ ਇਹਨੂੰ ਹਰ ਪੇਸ਼ੀ ਤੇ ਲਿਆਂਦਾ ਜਾਊ, ਜਦੋਂ ਅਦਾਲਤ ਇਹਨੂੰ ਤਲਬ ਕਰੂਗੀ। ਹਾਂ, ਲਿਆਉਣਾ ਪੈਂਦਾ, ਉਨੀ ਦੇਰ ਰਿਪੇਅਰ ਵੀ ਨਹੀਂ ਕਰਾ ਸਕਦੇ ਤੁਸੀਂ। ਹਾਂ, ਉਨੀ ਦੇਰ ਤੱਕ ਰਿਪੇਅਰ ਵੀ ਨਹੀਂ ਕਰ ਸਕਦੇ, ਉਹਨੂੰ ਮਤਲਬ ਜਿਹੜਾ ਜਿਉਂ ਦੀ ਤਿਉਂ ਹੀ ਰੱਖਣਾ ਪੈਣਾ ਹੈ। ਔਰ ਉਦੋਂ ਬਲਕੌਰ ਸਿੰਘ ਹੋਰਾਂ ਨੇ ਜਦੋਂ ਗੱਡੀ ਲਈ ਸੀਗੀ ਸਪੁਰਦਾਰੀ ਤੇ ਕਹਿਤਾ ਸੀ ਮੇਰੇ ਪੁੱਤ ਦੀ ਨਿਸ਼ਾਨੀ ਹੈ, ਮੈਂ ਇਹਦੇ 'ਚ ਕੋਈ ਤਬਦੀਲੀ ਨਹੀਂ ਕਰਦਾ, ਜਿਹੜੇ ਗੋਲੀਆਂ ਦੇ ਨਿਸ਼ਾਨ ਹੈ ਬਰਕਰਾਰ ਰਹਿਣਗੇ ਜੀ। ਉਹਨੇ ਇਹ ਗੱਲ ਨਵੀਂ ਕਹਿਤੀ, ਉਹ ਕਹਿੰਦਾ ਵੀ ਪੰਜਾਬ ਦੇ ਅਮਨ ਕਾਨੂੰਨ ਬਾਰੇ ਮੈਂ ਪਿੰਡ ਪਿੰਡ ਗਲੀ ਗਲੀ ਮਹੱਲੇ ਜਾ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਦੇਊਂਗਾ ਔਰ ਇਹ ਸੁਨੇਹਾ ਮੈਂ ਇਸ ਥਾਰ ਗੱਡੀ ਰਾਹੀਂ ਦੇਊਂਗਾ, ਇਹਨੂੰ ਮੈਂ ਸਵਾਰੀ ਕਰੂੰਗਾ ਜੀ। ਇਹ ਗੱਡੀ ਦੇ ਵਿੱਚ ਬੈਠ ਕੇ ਮੈਂ ਪਿੰਡ ਪਿੰਡ ਜਾਊਂਗਾ, ਮੈਂ ਗਲੀਆਂ ਮੁਹੱਲਿਆਂ ਦੇ ਵਿੱਚ ਹੋਕਾ ਦੇਊਂਗਾ ਵੀ ਉਹ ਦੇਖੋ ਭਰਾਵੋ ਮੇਰਾ ਪੁੱਤ ਕਿਵੇਂ ਮਰਿਆ ਵਾ। ਦਾਨੇ ਵਾਲੀਆ ਸਾਹਿਬ ਇਹ ਗੱਲ ਇਹ ਬਹੁਤ ਵੱਡੀ ਹੈ, ਛੋਟੀ ਵੱਡੀ ਨਹੀਂ, ਇਹ ਸਰਕਾਰ ਲਈ ਹਿਲਾ ਸਕਦੀ ਹੈ, ਸਰਕਾਰ ਦੇ ਪਲੰਜਰ ਪੱਟ ਸਕਦੀ ਹੈ। ਜ਼ਿਆਦਾਤਰ ਮੇਰੇ ਖਿਆਲ ਮੁਤਾਬਕ ਇਹ ਰੰਗ ਕਿਤੇ ਤੁਹਾਡੀ ਇਹਦੇ ਚ ਹੀ ਨਾ ਦਿਖਾ ਦੇਵੇ ਜਲੰਧਰ ਵਾਲੀ ਬਾਈ ਇਲੈਕਸ਼ਨ ਜੇ ਗੱਡੀ ਉਸ ਇਲਾਕੇ ਦੇ ਵਿੱਚ ਜਾਂਦੀ ਹੈ, ਕਿਉਂਕਿ ਇਹ ਮੰਨਣਾ ਪੈਣਾ ਕਿ ਅਜੇ ਤੱਕ ਜਿਹੜੀ ਸਿੱਧੂ ਮੂਸੇਵਾਲੇ ਦੀ ਪਪੂਲੈਰਿਟੀ ਹੈ ਜੀ, ਉਹ ਨਾ ਸਿਰਫ ਪੰਜਾਬ ਨਾ ਸਿਰਫ ਭਾਰਤ, ਉਹ ਦੁਨੀਆ ਦੇ ਵਿੱਚ ਬਰਕਰਾਰ ਹੈ। ਉਹਦੀ ਜਿਹੜੀ ਹੈਗੀ ਹੈ ਦਿਨ ਬ ਦਿਨ ਉਹਦੇ ਮਰਨ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਚੱਲਦਾ ਜਾਂਦਾ ਉਹਦੀ ਜ਼ਿਆਦਾ ਪਪੂਲੈਰਿਟੀ ਹੋ ਰਹੀ ਹੈ, ਲੋਕ ਉਹਨੂੰ ਮੰਨਦੇ ਆ, ਮੇਲੇ ਤਾਂ ਲੱਗਣ ਲੱਗ ਗਏ ਉਹਦੇ, ਹਾਂਜੀ ਹਾਂਜੀ, ਪੁੱਤ ਬਣਨ ਲੱਗੇ ਤੇ ਉਹਦੇ ਤੋਂ ਲੋਕ ਕਾਫੀ ਪ੍ਰਭਾਵਿਤ ਹੁੰਦੇ। ਇੱਕ ਤਾਂ ਉਹਨੇ ਗੱਲ ਇਹ ਕਹੀ ਹੈ ਵੱਡਾ ਐਲਾਨ ਹੈ, ਦੂਜੀ ਉਹਨੇ ਗੱਲ ਕਹੀ ਹੈ ਵੀ ਚਲੋ ਇਹ ਠੀਕ ਹੈ। ਵੈਸੇ ਮੈਂ ਇਸ ਗੱਲ ਦੇ ਜਿਹੜਾ ਨਾ ਮੈਂ ਚਾਹੇ ਭਗਵੰਤ ਮਾਨ ਹੋਣ, ਕੈਪਟਨ ਅਮਰਿੰਦਰ ਸਿੰਘ ਹੋਵੇ, ਸੁਖਬੀਰ ਸਿੰਘ ਬਾਦਲ ਹੋਵੇ, ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਹੈ ਜਾਂ ਪੰਜਾਬ ਦਾ ਵੱਡਾ ਲੀਡਰ ਹੈ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਥ੍ਰੈਟ ਹੁੰਦੀ ਹੈ ਜੀ ਜੀ, ਔਰ ਉਸ ਥ੍ਰੈਟ ਦਾ ਕਦੇ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਨਾ, ਕਿਉਂਕਿ ਜਦੋਂ ਪਹਿਲਾਂ ਤੁਹਾਡੇ ਯਾਦ ਹੋਣਾ ਹੈ ਅਮਰਿੰਦਰ ਸਿੰਘ ਵੇਲੇ ਵੀ ਤੇ ਬਾਦਲਾਂ ਵੇਲੇ ਵੀ ਅਕਸਰ ਜਿਹੜੇ ਹੈਗੇ ਆ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਅੱਜ ਦੇ ਮੁੱਖ ਮੰਤਰੀ ਸਾਹਿਬ ਹੈ ਮਜ਼ਾਕ ਉਡਾਉਂਦੇ ਹੁੰਦੇ ਸੀ। ਬਿਲਕੁਲ ਬਿਲਕੁਲ, ਇਹ ਕਹਿੰਦੇ ਸੀ ਉੱਡਣ ਕਟੋਲਾ ਲਈ ਫਿਰਦੇ ਆ ਵਾਰੀ ਵਾਰੀ, ਇਹਨੂੰ ਤਾਂ ਗਧੀ ਰੇੜੀ ਬਣਾ ਰੱਖਿਆ ਜੀ, ਗਧੀ ਰੇੜੀ ਤੇ ਮਤਲਬ ਇਹ ਜਾਂ ਕੁਛ ਉਹ ਗੱਲ ਕਹਿੰਦੇ ਹੁੰਦੇ ਸੀ। ਉਦੋਂ ਕੁਛ ਕੀਤਾ ਕਰਾਇਆ ਨਹੀਂ, ਹੁਣ ਉਹ ਮੁੱਖ ਮੰਤਰੀ ਬਣ ਗਏ। ਰਣਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਬਣੇ ਸੀ, ਚੰਨੀ ਹੋਰਾਂ ਨੇ ਵੀ ਕਿਹਾ ਸੀ ਆ ਮੇਰੇ ਮਗਰ 1000 ਬੰਦਾ ਕਾਹਦੀ ਖਤਰ ਲਾਇਆ ਯਾਰ, ਲਾ ਦਿਓ। ਪਰ ਪੁਲਿਸ ਦੀ ਇਹ ਜ਼ਿੰਮੇਵਾਰੀ ਹੈ, ਡੀਜੀਪੀ ਦੀ ਜ਼ਿੰਮੇਵਾਰੀ ਹੈ ਕਿ ਮੁੱਖ ਮੰਤਰੀ ਨੂੰ ਪ੍ਰੋਟੈਕਸ਼ਨ ਕਰਨੀ, ਪ੍ਰੋਟੈਕਸ਼ਨ ਦੇਣੀ। ਹਾਂ, ਉਹਨਾਂ ਨੇ ਕਿਹਾ ਜੀ ਨਹੀਂ ਲੈਂਦੇ ਤਾਂ ਰਹਿਣਗੇ, ਇਹ ਤਾਂ ਇੱਕ ਪ੍ਰੋਟੋਕੋਲ ਹੈ। ਫਿਰ ਭਗਵੰਤ ਜੀ ਮੁੱਖ ਮੰਤਰੀ ਬਣ ਗਏ, ਫਿਰ ITI ਦੇ ਰਾਹੀਂ ਕੁਝ ਲੋਕਾਂ ਨੇ, ਮਾਨਕ ਗੋਇਲ ਹੋਰਾਂ ਨੇ ਲੈ ਲਈਆਂ ਜਾਣਕਾਰੀਆਂ। ਉਹ ਕਹਿੰਦੇ ਜੀ ਜਿੰਨੀ ਸਿਕਿਉਰਿਟੀ ਉਹਨਾਂ ਕੋਲੇ ਸੀ ਉਨੀ ਸਿਕਿਉਰਿਟੀ ਹੈ ਤੇ ਗੱਡੀਆਂ ਘੱਟ ਨਹੀਂ, ਉਦੋਂ ਥੋੜੀਆਂ ਜਿਹੀਆਂ ਵੱਧ ਹੀ ਹੈ, ਇਹ ਗੱਲ ਵੀ ਕਹਿੰਦੀ ਸੀ।
ਚਲੋ ਮਾਨ ਸਾਹਿਬ ਦੀ ਮੈਰਿਜ ਹੋ ਗਈ, ਮੁਬਾਰਕਾਂ ਉਹਨਾਂ ਦੀ। ਤਾਂ ਮੈਰਿਜ ਇੱਕ ਬੰਦੇ ਦੀ ਪ੍ਰਾਈਵੇਟ ਲਾਈਫ ਹੈ ਜੀ, ਅਗਲੇ ਨੇ ਆਪਦੀ ਰੋਟੀ ਪੱਕਦੀ ਕਰਨੀ ਹੈ, ਸਿੱਧੀ ਗੱਲ ਮੈਂ ਤਾਂ ਕਹਿੰਦਾ। ਚਲੋ ਉਹ ਜਿਹੜੀ ਉਹਨਾਂ ਦੀ ਮਤਲਬ ਧਰਮ ਪਤਨੀ ਹੈ ਬੀਬੀ ਡਾਕਟਰ ਗੁਰਪ੍ਰੀਤ ਕੌਰ, ਉਹ ਵੀ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ ਕਾਫੀ ਸਮੇਂ ਤੋਂ ਜੀ। ਇੱਕੋ ਗ੍ਰਹਿਣੀ ਵੀ ਹੈਗੀ ਆ, ਮੁੱਖ ਮੰਤਰੀ ਦੀ ਵਾਈਫ ਵੀ ਹੈ ਤੇ ਮੁੱਖ ਮੰਤਰੀ ਦੀ ਸਾਥਣ ਵੀ ਹੈ। ਹੁਣ ਉਹ ਇਸ ਵੇਲੇ ਮੁੱਖ ਮੰਤਰੀ ਦੇ ਮਤਲਬ ਜਿਹੜੇ ਹੈਗੇ ਸਿਆਸੀ ਕਾਰ ਵਿਹਾਰ ਦੇ ਵਿੱਚ ਉਹਨਾਂ ਦਾ ਹੱਥ ਵਟਾਉਂਦੀ ਹੈ। ਹਰ ਥਾਂ ਦੇ ਉੱਤੇ ਮੁੱਖ ਮੰਤਰੀ ਜਾ ਨਹੀਂ ਸਕਦਾ ਹੁੰਦਾ, ਜਾਣਾ ਮੁਸ਼ਕਲ ਹੁੰਦਾ ਹੈ। ਕਿਸੇ ਦੇ ਵਿਆਹ ਹੋ ਗਿਆ, ਕਿਸੇ ਦੇ ਕੋਈ ਹੋਰ ਗਮੀ ਸ਼ਾਦੀ ਹੋ ਗਈ, ਉਹਨਾਂ ਨੂੰ ਜਾਣਾ ਪੈਂਦਾ। ਸਾਰੇ ਲੀਡਰਾਂ ਦੀਆਂ ਘਰ ਵਾਲੀਆਂ ਜਾਂ ਘਰ ਵਾਲੇ ਐਂ ਕਰਦੇ ਆ, ਜਾਂਦੇ ਆ ਜੀ, ਜਾਂਦੇ ਆ, ਸਾਰੇ ਜਾਂਦੇ। ਹੁਣ ਉਹ ਬੀਬੀ ਵੀ ਜਾਂਦੀ ਹੈ, ਉਹ ਬੀਬੀ ਦੇ ਨਾਲ ਸਿਕਿਉਰਿਟੀ ਵੀ ਜਾਂਦੀ ਸੀ। ਪਿਛਲੇ ਦਿਨਾਂ ਦੇ ਵਿੱਚ ਗੱਲ ਨੋਟ ਕੀਤੀ ਗਈ ਕਿ ਜਦੋਂ ਬੀਬੀ ਕਿਸੇ ਏਰੀਏ 'ਚ ਗਈ ਤੇ ਉੱਥੇ ਜਿਹੜੀਆਂ ਆਪਣੀਆਂ ਪੇਂਡੂ ਬੀਬੀਆਂ ਉਹ ਕਾਫੀ ਉਹਦੇ ਨੇੜੇ ਹੋ ਗਈਆਂ ਜੀ। ਨੇੜੇ ਹੋ ਕੇ ਮਤਲਬ ਵੀ ਜਿਵੇਂ ਆਪਾਂ ਇੱਕ ਦੂਜੇ ਨੂੰ ਟੱਚ ਕਰਦੇ ਹੁੰਦੇ, ਸਥਿਤੀ ਇਹ ਬਣ ਗਈ ਸੀ। ਜਿਹੜੇ ਅਫਸਰ ਸਿਕਿਉਰਿਟੀ ਦੇ ਵਿੱਚ ਤਾਇਨਾਤ ਸੀ ਉਹਨਾਂ ਨੇ ਮਹਿਸੂਸ ਕੀਤਾ ਕਿ ਇਹਦੇ ਨਾਲ ਕੋਈ ਖਤਰਾ ਵੀ ਪੈਦਾ ਹੋ ਸਕਦਾ ਹੈ ਜੀ। ਕੀ ਪਤਾ ਕੋਈ ਅੰਦਰ ਵੜ ਕੇ ਤੇ ਕੋਈ ਕਿਸੇ ਕਿਸਮ ਦਾ ਨੁਕਸਾਨ ਕਰ ਦੇਵੇ, ਕੋਈ ਕਿਸੇ ਕਿਸਮ ਦਾ ਅਟੈਕ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਜੀ। ਹਾਂ, ਤੇ ਜੇ ਉਹ ਅਟੈਕ ਹੋ ਸਕਦਾ ਤਾਂ ਉਹ ਸਟੇਟ ਦੀ ਤਾਂ ਜਿਹੜੀ ਹੈਗੀ ਹੈ ਬਦਨਾਮੀ ਹੋਣੀ ਹੈ। ਪੁਲਿਸ ਦੀ ਬਦਨਾਮੀ ਬਹੁਤ ਜ਼ਿਆਦਾ ਹੋਣੀ ਹੈ। ਪੁਲਿਸ ਵਾਲੇ ਕਹਿੰਦੇ ਵੀ ਅਸੀਂ ਕਿਸੇ ਦੀ ਕਵਰ 'ਚ ਕਿਉਂ ਪਈਏ, ਗੱਲ ਸਿਆਣੀ। ਸਾਨੂੰ ਚਾਹੀਦਾ ਕਿ ਅਸੀਂ ਤਾਂ ਭਾਈ ਸਿਕਿਉਰਿਟੀ ਦਾ ਇੰਤਜ਼ਾਮ ਕਰਾਂਗੇ। ਪਹਿਲਾਂ ਉਹਨਾਂ ਕੋਲੇ 15 ਗਨਮੈਨ ਉਹਨਾਂ ਨਾਲ ਅਟੈਚ ਕੀਤੇ ਸੀ ਤੇ ਹੁਣ ਉਹਨਾਂ ਨਾਲ 40 ਗਨਮੈਨ ਹੋਰ ਅਟੈਚ ਕਰਤੇ ਆ, ਨਾਲ ਗੱਡੀਆਂ ਵੀ ਲਾ ਦਿੱਤੀਆਂ ਕਿ ਉਹਨਾਂ ਦੀ ਗੱਡੀ ਦੇ ਉੱਤੇ ਕੋਈ ਹਮਲਾ ਵਗੈਰਾ ਨਾ ਕਰ ਦਿਓ, ਗੱਡੀ ਵੀ ਪ੍ਰੋਟੈਕਟ ਹੋਵੇ। ਜੈਮਰ ਵਗੈਰਾ ਵੀ ਸ਼ਾਇਦ ਲਾਤਾ ਹੋਵੇ, ਮੈਨੂੰ ਨਹੀਂ ਇਹਦੇ ਬਾਰੇ ਜਾਣਕਾਰੀ, ਪਰ ਕਹਿੰਦੇ ਆ ਲੋਕ। ਉਹ ਫਿਰ ਇੱਕ ਮਾਮਲਾ ਵੀ ਉਠਾਇਆ ਉਹਨੇ, ਬਲਕੌਰ ਸਿੰਘ ਨੇ। ਉਹ ਕਹਿੰਦਾ ਜੇ ਅਮਨ ਕਾਨੂੰਨ ਦੀ ਹਾਲਤ ਠੀਕ ਹੈ ਤਾਂ ਫਿਰ ਇਹ ਦੱਸੋ ਕਿ ਮਿਸਿਸ ਚੀਫ ਮਿਨਿਸਟਰ ਦੇ ਨਾਲ ਇੰਨੇ ਗਨਮੈਨ ਕਿਉਂ ਲਾਏ ਜੀ। ਜੀ ਤਾਂ ਫਿਰ ਤਾਂ ਇਹਦਾ ਮਤਲਬ ਵੀ ਜਿਹੜੀ ਹੈ ਲਾਅ ਐਂਡ ਆਰਡਰ ਦੀ ਠੀਕ ਨਹੀਂ ਸਥਿਤੀ। ਵੈਸੇ ਕੁੱਲ ਮਿਲਾ ਕੇ ਦੇਖੀਏ ਤਾਂ ਲਾਅ ਐਂਡ ਆਰਡਰ ਤੇ ਰਾਜੇ ਔਰ ਰੰਕ ਵਾਸਤੇ ਇੱਕੋ ਜਿਹਾ ਹੁੰਦਾ ਬਿਲਕੁਲ, ਤੇ ਇੱਕੋ ਜਿਹੇ ਉਹਨਾਂ ਦੇ ਰਾਈਟ ਹੁੰਦੇ ਆ, ਉਹਨਾਂ ਦੇ ਅਧਿਕਾਰ ਇੱਕੋ ਜਿਹੇ ਹੁੰਦੇ, ਤੇ ਫਿਰ ਪ੍ਰੋਟੈਕਸ਼ਨ ਤਾਂ ਸਭ ਨੂੰ ਦੇਣੀ ਚਾਹੀਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕਈਆਂ ਦੀ ਵਾਪਸ ਲੈ ਲਈ ਤੇ ਕਈਆਂ ਨੂੰ ਜੇ ਜ਼ਿਆਦਾ ਦੇਤੀ। ਉਹਦੇ ਚ ਕਾਂਗਰਸ ਪਾਰਟੀ ਵਾਲੇ ਨੇ ਵੀ ਗੱਲ ਕੀਤੀ ਹੈ ਜੀ। ਉਹਨਾਂ ਦੇ ਜਿਹੜੇ ਹੈਗੇ ਜਿਹੜੇ ਹੈਗੇ ਆਪਣੇ ਖੜਿਆਲ ਸਾਹਿਬ, ਉਹਨਾਂ ਦੇ ਇੱਕ ਸਪੋਕਸਪਰਸਨ, ਉਹਨਾਂ ਨੇ ਖੜਿਆਲ ਸਾਹਿਬ ਹੋਰਾਂ ਨੇ ਇਹ ਗੱਲ ਕਹੀ ਹੈ। ਉਹ ਕਹਿੰਦੇ ਜੀ ਸਾਡੇ ਤਾਂ ਮੰਤਰੀ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਵਗੈਰਾ ਉਹਨਾਂ ਨੂੰ ਹਾਈ ਕੋਰਟਾਂ ਦੇ ਗੇੜੇ ਖਾਣੇ ਪੈ ਰਹੇ ਕਿ ਸਾਨੂੰ ਸਿਕਿਉਰਿਟੀ ਦਿਓ, ਤੇ ਇੱਥੇ ਤੁਸੀਂ ਮਤਲਬ ਜਿਹੜੇ ਆਪਦੇ ਪਰਿਵਾਰਾਂ ਨੂੰ ਭੇਜਦੇ, ਫਿਰ ਸਾਡੇ ਆੜੀ ਖਤਰਾ ਕਿਉਂ ਨਹੀਂ ਜੀ। ਤੇ ਕੁਝ ਵਪਾਰਕ ਸੁਨੇਹੇ ਦੇ ਦਈਏ ਜੀ, ਤੇ ਫਿਰ ਆਪਾਂ ਫਿਰ ਜੁੜਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਜੇਕਰ ਤੁਸੀਂ ਵੀ ਰੇਡੀਓ ਪੰਜਾਬ ਟੂਡੇ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਐਡਵਰਟੀਜ਼ਮੈਂਟ ਆਪਣੇ ਕਰਾਉਣੀ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ। ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 in Napanee. Quick Truck Lube, the one-stop shop. 519-622-0660 ਜਾਂ quicktrucklube.com. QTL, because we care. Quick Truck Lube. ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਮੇਰੇ ਨਾਲ ਬਣੇ ਹੋਏ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਢਿੱਲੋਂ ਸਾਹਿਬ, ਆਪਾਂ ਥੋੜਾ ਜਿਹਾ ਨਾਗਪੁਰ ਤੋਂ ਨੰਦੇੜ ਸਾਹਿਬ ਨੂੰ ਪੈਂਦੇ ਜੀ, ਤੇ ਤੁਹਾਨੂੰ ਯਾਦ ਹੋਏਗਾ ਕਿ ਯਵਤਮਾਲ ਜਿਹੜਾ ਹੈਗਾ ਇੱਕ ਜ਼ਿਲ੍ਹਾ ਹੈ ਮਹਾਰਾਸ਼ਟਰ ਦਾ, ਜੀ, ਤੇ ਇਹਦੇ ਨਾਲ ਹੀ ਇੱਕ ਪਿੰਡ ਹੈ ਜੀ। ਉਹ ਪਿੰਡ ਜਿਹੜਾ ਹੈਗਾ ਉੱਥੇ ਜਦੋਂ ਲਾਕਡਾਊਨ ਸੀ, ਉੱਥੇ ਲੰਗਰ ਜਿਹੜਾ ਸੀਗਾ ਉਹ ਵਰਤਾਇਆ ਗਿਆ ਸੀ। ਕਹਿੰਦੇ ਕੋਈ 20-22 ਲੱਖ ਜਿਹੜੀ ਸੰਗਤ ਸੀ ਉੱਥੇ ਲੰਗਰ ਛਕ ਕੇ ਗਈ ਸੀ। ਤੇ ਹੁਣ ਕਹਿੰਦੇ ਉਹ ਜਿਹੜੀ ਲੰਗਰ ਹਾਲ ਬਿਲਡਿੰਗ ਸੀ ਉਹ ਮਲੀਆ ਮੇਟ ਕਰ ਦਿੱਤੀ ਗਈ ਹੈ। ਬਿਲਕੁਲ ਧਨੇਲੀਆ ਸਾਹਿਬ, ਇਹ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਤੁਸੀਂ ਕਹਿੰਦੇ ਹੋ ਜਾਂ ਲੰਗਰ ਹਾਲ ਕਹਿੰਦੇ ਹੋ, ਇਹ ਇੱਕ ਗੁਰਦੁਆਰਾ ਸਾਹਿਬ ਹੈ। ਉੱਥੇ ਇਹਨੂੰ ਕਹਾਂਗੇ ਆਪਾਂ ਆਦਿਵਾਸੀ ਇਲਾਕੇ 'ਚ ਜੰਗਲ ਪਾਰ ਕਰਕੇ ਗੁਰਦੁਆਰਾ ਹੈ। ਬਗੌੜ ਸਾਹਿਬ ਗੁਰਦੁਆਰਾ ਉੱਥੇ ਵਾਈ ਦੇ ਗੁਰਦੁਆਰਾ ਬਗੌੜ ਸਾਹਿਬ ਹੈ। ਤੇ ਗੁਰਦੁਆਰਾ ਬਗੌੜ ਸਾਹਿਬ ਜਿਹੜੀ ਉਹ ਕਾਰ ਸੇਵਾ ਵਾਲੇ ਬਾਬਿਆਂ ਦਾ ਗੁਰਦੁਆਰਾ, ਉਹ ਉਸ ਇਲਾਕੇ ਦੇ ਵਿੱਚ ਕਾਰ ਸੇਵਾ ਕਰਵਾਉਂਦੇ ਆ ਗੁਰੂ ਘਰਾਂ ਦੀ। ਉਹ ਜਿਵੇਂ ਵੀ ਜੋ ਵੀ ਜਿੰਨੀ ਕਿ ਉੱਥੇ ਤੁਹਾਨੂੰ ਪਤਾ ਵੀ ਉਨੀ ਕਿ ਬੜੀ ਘੱਟ ਪਾਪੂਲੇਸ਼ਨ ਹੈ, ਨਾ ਹੀ ਹਾਈਵੇ ਹੈ। ਹਾਂ, ਬਿਲਕੁਲ ਬਿਲਕੁਲ। ਪਰ ਨਾਲ ਅਗਲੀ ਗੱਲ ਇਹ ਹੈ ਕਿ ਉਹਨਾਂ ਨੇ ਜਦੋਂ ਇਹ ਦੇਖਿਆ ਕਿ ਲੋਕ ਪੰਜਾਬ ਚੋਂ ਜਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਚੋਂ ਟਰੱਕਾਂ ਤੇ ਮੋਟਰਾਂ ਤੇ ਆਪਣੀਆਂ ਕਾਰਾਂ ਦੇ ਰਾਹੀਂ ਇਹ ਹਜੂਰ ਸਾਹਿਬ ਨੂੰ ਜਾਂ ਉਸ ਪਾਸੇ ਨੂੰ ਜਾਂਦੇ ਆ, ਹੋਰ ਧਾਰਮਿਕ ਸਥਾਨ ਬੜੇ ਹੈਗੇ ਆ ਉਧਰ। ਹਜੂਰ ਸਾਹਿਬ ਦੇ ਨਾਲ ਬਿਦਰ ਵੀ ਤੁਹਾਨੂੰ ਪਤਾ ਵੀ ਉੱਥੇ ਵੀ ਸਿੱਖ ਜਿਹੜੇ ਹੈਗੇ ਸ਼ਰਾਈਨ ਹੈਗੇ, ਉਧਰ ਨੂੰ ਲੋਕ ਜਾਂਦੇ ਆ। ਤੇ ਉੱਥੇ ਫਿਰ ਕਈ ਵਾਰੀ ਪ੍ਰੋਬਲਮ ਆਉਂਦੀ ਹੈ ਲੰਗਰ ਪਾਣੀ ਦੀ। ਉਹਨਾਂ ਬਾਬਿਆਂ ਨੇ ਸੋਚਿਆ ਵੀ ਇੱਥੇ ਆਪਾਂ ਕੋਈ ਨਾ ਕੋਈ ਲੰਗਰ ਛਕਾਉਣਾ ਸ਼ੁਰੂ ਕਰੀਏ ਤੇ ਪਿਛਲੇ 35 ਵਰ੍ਹੇ ਪਹਿਲਾਂ ਉਹਨਾਂ ਨੇ ਇੱਥੇ ਲੰਗਰ ਵਾਲਾ ਸਿਲਸਿਲਾ ਸ਼ੁਰੂ ਕਰਤਾ ਸੀ। ਅੱਛਾ ਜੀ। ਉੱਥੇ ਪਹਿਲਾਂ ਮਤਲਬ ਆਉਂਦੇ ਜਾਂਦੇ ਨੂੰ ਲੰਗਰ ਬਣਾਉਂਦੇ, ਪਹਿਲਾਂ ਗੁਰੂ ਘਰ 'ਚ ਬਣਾਉਂਦੇ, ਉੱਥੋਂ ਲੈ ਜਾਂਦੇ, ਉੱਥੇ ਛਕਾ ਦਿੰਦੇ, ਫਿਰ ਸੰਗਤਾਂ ਵਧਣ ਲੱਗ ਗਈਆਂ, ਫਿਰ ਉੱਥੇ ਬਣ ਲੱਗ ਪਏ। ਉੱਥੇ ਚੁਰਾ ਪੱਟਲੀਆਂ ਆਪਦੀਆਂ ਭਾਈ ਤੇ ਉੱਥੇ ਬਣਾਉਣ ਲੱਗੇ ਤੇ ਛਕਾਉਣ ਲੱਗੇ। ਤੇ ਤੁਹਾਨੂੰ ਪਤਾ ਵੀ ਜਿੱਥੇ ਲੰਗਰ ਹੋਵੇ, ਲੰਗਰ ਨੂੰ ਫਿਰ ਲੋਕ ਦਾਨ ਪੁੰਨ ਵੀ ਕਰਨ ਲੱਗ ਪੈਂਦੇ। ਬਿਲਕੁਲ। ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਦੱਸ ਦਿੰਦਾ ਕਿ ਸਾਡਾ ਪਿੰਡ ਹੈ, ਮੇਰਾ ਹੁਣ ਪਿੰਡ ਘੁੱਦਾ ਤੁਹਾਨੂੰ ਪਤਾ ਹੀ ਹੈ। ਇੱਥੇ ਜਿਹੜੀ ਕਰੋਨਾ ਦੇ ਯੁੱਗ ਦੇ ਵਿੱਚ ਸਾਡੀ ਪੰਚਾਇਤ ਨੇ ਇੱਥੇ ਕਰੋਨਾ ਵਾਲਾ ਸੈਂਟਰ ਬਣਾਤਾ ਸੀ, ਹਸਪਤਾਲ ਬਣਾਤਾ ਸੀ ਕਿ ਕਰੋਨਾ ਦੇ ਪੇਸ਼ੈਂਟ ਜਿਹੜੇ ਇੱਥੇ ਆਉਣਗੇ ਉਹਨਾਂ ਦੀ ਸੇਵਾ ਪਾਣੀ ਭਾਈ, ਇਲਾਜ ਇੱਥੇ ਹੋਣਾ ਹੈ। ਇਲਾਜ ਤਾਂ ਡਾਕਟਰ ਕਰਦੇ ਸੀ, ਲੇਕਿਨ ਉਹਨਾਂ ਨੂੰ ਜਿਹੜੀ ਹੈਗੀ ਲੰਗਰ ਪਾਣੀ ਤਾਂ ਪਹੁੰਚਾਉਣਾ ਉਹ ਤਾਂ ਬੜਾ ਮੁਸ਼ਕਿਲ ਸੀਗਾ। ਉਹ ਤਾਂ ਹਸਪਤਾਲ ਦੇ ਵਿੱਚ ਨਹੀਂ ਹੁੰਦਾ, ਵੱਡੇ ਹਸਪਤਾਲਾਂ 'ਚ ਤਾਂ ਭਾਵੇਂ ਮਾੜਾ ਮੋਟਾ ਹੋਵੇ। ਤਾਂ ਸਾਡੇ ਪਿੰਡ ਦੀ ਪੰਚਾਇਤ ਨੇ ਉੱਥੇ ਕੰਮ ਸ਼ੁਰੂ ਕਰਤਾ ਜੀ। ਉਹਨਾਂ ਨੇ ਜੀ ਸਵੇਰੇ ਮਤਲਬ ਲੋਕਾਂ ਨੂੰ ਜਾ ਕੇ ਫਰੂਟ ਵਗੈਰਾ ਬ੍ਰੇਕਫਾਸਟ ਦੇ ਰੂਪ ਦੇ ਨਾਲ ਦੁਪਹਿਰੇ ਲੰਗਰ ਛਕਾਉਣਾ, ਰਾਤ ਨੂੰ ਲੰਗਰ ਛਕਾਉਣਾ, ਦੁੱਧ ਛਕਾਉਣਾ, ਜਿਵੇਂ ਲੋਕਾਂ ਦੀ ਲੋੜ ਹੁੰਦੀ ਉਹਦੇ ਮੁਤਾਬਕ ਉਹ ਦਿੰਦੇ ਸੀ ਜੀ। ਤੇ ਉਹਦੇ ਨਾਲ ਇੱਕ ਉੱਥੇ ਪੜਤ ਜੀ ਬਣ ਗਈ। ਤੇ ਉਹ ਫਿਰ ਕਰੋਨਾ ਚਲਾ ਗਿਆ। ਲੋਕ ਜਿਹੜੇ ਘੁੱਦੇ ਹਸਪਤਾਲ ਦੇ ਵਿੱਚ ਹੁੰਦੇ ਸੀ ਉਹ ਬੱਲੇ ਬੱਲੇ ਕਰਦੇ ਸੀ ਵੀ ਯਾਰ ਸੇਵਾ ਉੱਥੇ ਬਹੁਤ ਹੋਈ ਹੈ। ਤੇ ਖੁਸ਼ਕਿਸਮਤੀ ਇਹ ਹੈ ਕਿ ਉੱਥੇ ਜਿੰਨੇ ਬੰਦੇ ਦਾਖਲ ਹੋਏ ਆ ਲਗਭਗ ਸਾਰੇ ਦੇ ਸਾਰੇ 9/9 ਹੋ ਗਏ ਸੀ, ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ ਜੀ। ਪੰਚਾਇਤ ਉਦਮੀ ਹੈ, ਪੰਚਾਇਤ ਵਾਲਿਆਂ ਨੇ ਕੁਝ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਇਹ ਗੱਲ ਕਹੀ ਵੀ ਆਪਾਂ ਭਾਈ ਇਹ ਕੰਮ ਸ਼ੁਰੂ ਕਰ ਲਈਏ, ਇਹਨੂੰ ਬੰਦ ਨਾ ਕਰੀਏ। ਤੇ ਉਹ ਦਾਨੇਲੀਆ ਸਾਹਿਬ ਉੱਥੇ ਲੰਗਰ ਵਾਲਾ ਕੰਮ ਚੱਲਦਾ ਤੇ ਇਹੀ ਲੰਗਰ ਵਾਲਾ ਕੰਮ ਆਪਣੇ ਸਿਵਲ ਹਸਪਤਾਲ 'ਚ ਵੀ ਚੱਲਦਾ। ਮਤੀਦਾਸ ਨਗਰ, ਹਾਂ ਬਿਲਕੁਲ, ਮਤੀਦਾਸ ਬੜੀਆਂ ਤੋਂ ਉੱਥੇ ਤਾਂ ਇੱਕ ਆਪਣੇ ਆਪ 'ਚ ਵਿਲੱਖਣ ਸਟੋਰੀ ਹੈ। ਬਜ਼ੁਰਗ ਜਿਹੜੀਆਂ ਉੱਥੇ ਲੈ ਕੇ ਬਾਲੜੀਆਂ ਤੋਂ ਤੇ ਮਾਤਾਵਾਂ ਤੱਕ ਸਾਰੀਆਂ ਲੰਗਰ ਪਕਾਉਂਦੇ, ਸਾਰੇ ਲੰਗਰ ਖਵਾਉਂਦੇ। ਗੁਰੂ ਘਰ 'ਚ ਲੰਗਰ ਬਣਦਾ ਤੇ ਉੱਥੋਂ ਲੰਗਰ ਲਿਜਾ ਕੇ ਉਹ ਜਿਵੇਂ ਕਿਸੇ ਨੂੰ ਦੁੱਧ ਦੀ ਲੋੜ ਹੈ, ਚਾਹ ਦੀ ਲੋੜ ਹੈ, ਲੰਗਰ ਸਭ ਕੁਝ ਹੋਵੇ ਉਹ ਵਰਤਾਉਂਦੇ। ਪਿਰਤ ਹੈ। ਔਰ ਇਹ ਲੰਗਰ ਜਿੱਥੇ ਸ਼ੁਰੂ ਹੋ ਜੇ ਫਿਰ ਇਹ ਸਮਝ ਲਓ ਆਪਾਂ ਇਹ ਕਹਿੰਦੇ ਵੀ ਸੰਗਤਾਂ ਦੇ ਦਾਨ ਪੁੰਨ ਨਾਲ ਹੀ ਚੱਲਦਾ ਹੈ। ਬਿਲਕੁਲ, ਦਿਨ ਬ ਦਿਨ ਚੱਲਦਾ ਹੀ ਰਹਿੰਦਾ ਹੈ। ਉਹ ਲੰਗਰ ਵੀ ਜਿਹੜਾ ਹੈ ਉਹ ਜਿਹਾ ਚੱਲਿਆ ਜੀ ਜਿਵੇਂ ਅਸਲੇ ਗੁਰਦੁਆਰੇ ਚ ਚੱਲਿਆ ਤੇ ਸਾਡਾ ਵੀ ਲੱਗਿਆ। ਤੇ ਹੁਣ ਇਹ ਲੰਗਰ ਤਾਂ ਜਿੱਥੇ ਦੇਸ਼ ਵਿਦੇਸ਼ ਦੇ ਵਿੱਚੋਂ ਲੋਕਾਂ ਨੇ ਹਜੂਰ ਸਾਹਿਬ ਨੂੰ ਤੇ ਧਾਰਮਿਕ ਸਥਾਨਾਂ ਨੂੰ ਜਾਣਾ, ਜੇ ਕੋਈ ਬੰਦਾ ਤੇ ਲੰਗਰ ਛਕਦਾ ਤੇ ਉਹ ਨਾਲ ਦੀ ਨਾਲ ਹੀ 100, 50, 500, 400 ਜੇ ਵਿਦੇਸ਼ ਦੇ ਵਿੱਚੋਂ ਆ ਗਿਆ, ਕਿਸੇ ਨੇ $100 ਪਾਤਾ, ਉਹਦਾ ਤਾਂ ਰੁਪਈਆ 100 ਹੈ ਤੇ ਆਪਣਾ ਬਣ ਜਾਂਦਾ 5000। ਬਿਲਕੁਲ ਬਿਲਕੁਲ ਠੀਕ ਹੈ ਨਾ ਜੀ। ਉਹ ਕੰਮ ਉੱਥੇ ਇਹੋ ਜਿਹਾ ਚੱਲਿਆ। ਉਹ ਕਹਿੰਦੇ ਵੀ ਚਲੋ ਠੀਕ ਹੈ। ਫਿਰ ਉੱਥੇ ਕਿਸੇ ਨੇ ਕੋਈ ਮਾੜੀ ਮੋਟੀ ਕਿਸੇ ਜ਼ਿਮੀਂਦਾਰ ਨੇ ਕਹਿਤਾ ਵੀ ਤੁਸੀਂ ਜੀ ਇੱਥੇ ਪਾ ਲਓ ਆਪਣਾ ਕੋਈ ਤੰਬੂ ਲਾ ਲਓ। ਪਹਿਲਾਂ ਤੰਬੂ ਲਾਏ ਜੀ, ਫਿਰ ਕਰਦਿਆਂ ਉਹਨਾਂ ਨੇ 3500 ਵਰਗ ਫੁੱਟ ਦੇ ਵਿੱਚ ਇੱਕ ਹਾਲ ਬਣਾ ਲਿਆ। 3500 ਵਰਗ ਫੁੱਟ ਦੇ ਵਿੱਚ ਹਾਲ ਬਣਾ ਕੇ ਉੱਥੇ ਹੀ ਲੰਗਰ ਬਣਨ ਲੱਗ ਗਏ ਤੇ ਉੱਥੇ ਉਹ ਲੋਕਾਂ ਨੂੰ ਛਕਾਉਣ ਲੱਗ ਗਏ।
ਬਾਬਾ ਕਰਨੈਲ ਸਿੰਘ ਜਿਹੜਾ ਹੈਗਾ ਖੇੜਾ ਸਾਹਿਬ, ਉਹਦੀ ਜਿਹੜੀ ਹੈਗੀ ਆ ਉੱਥੇ ਸੇਵਾ ਨਿਭਾਉਂਦੇ ਸੀਗੇ ਜੀ। ਉਹਨਾਂ ਦੀ ਉਮਰ ਹੈ ਜੀ ਇਸ ਵੇਲੇ 84 ਸਾਲ। 84 ਸਾਲ। 84 ਸਾਲ ਦੇ ਬਜ਼ੁਰਗ ਜਿਹੜੇ ਹੈਗੇ ਉੱਥੇ ਉਹ ਬੈਠੇ ਹੁੰਦੇ ਸੀ, ਕਰਨੈਲ ਸਿੰਘ ਹੋਰੀ ਖਹਿਰਾ ਸਾਹਿਬ, ਹੂੰ। ਔਰ ਉਹ ਸੇਵਾ ਕਰਦੇ ਹੁੰਦੇ। ਹੁਣ ਉਹ ਜਿਹੜੇ ਉਹ ਪਰਿਵਾਰ ਨੇ ਉਹਨਾਂ ਨੂੰ ਜ਼ਮੀਨ ਦਿੱਤੀ ਸੀ ਨਾ, ਸ਼ਾਇਦ ਕੋਈ ਉਹਨਾਂ ਦਾ ਆਪਸ ਵਿੱਚ ਡਿਸਪਿਊਟ ਪੈ ਗਿਆ ਜੀ। ਉਹ ਡਿਸਪਿਊਟ ਪੈ ਗਿਆ ਤੇ ਡਿਸਪਿਊਟ ਪੈਂਦਿਆਂ ਗੱਲ ਤੁਹਾਨੂੰ ਪਤਾ ਵੀ ਕਚਹਿਰੀਆਂ ਤੱਕ ਪਹੁੰਚ ਜਾਂਦੀ ਹੈ। ਕਚਹਿਰੀਆਂ 'ਚ ਤਾਂ ਫਿਰ ਤੁਹਾਨੂੰ ਪਤਾ ਇਨਸਾਫ ਤਾਂ ਹੁੰਦੇ ਨਹੀਂ, ਫੈਸਲੇ ਹੁੰਦੇ। ਹਾਂਜੀ। ਉੱਥੋਂ ਫੈਸਲਾ ਇੱਕ ਦੇ ਹੱਕ 'ਚ ਹੋ ਗਿਆ, ਦੂਜੇ ਦੇ ਵਿਰੋਧ ਦੇ ਵਿੱਚ ਹੋ ਗਿਆ। ਤੇ ਇਹ ਕਿਸੇ ਨੇ ਸੋਚਿਆ ਨਹੀਂ ਕਿ ਆਹ ਜਿਹੜਾ ਐਡਾ ਵੱਡਾ 3500 ਵਰਗ ਫੁੱਟ ਦਾ ਲੰਗਰ ਹੈ, ਜਿੱਥੇ ਭੁੱਖੇ ਲੋਕਾਂ ਨੂੰ ਰੋਟੀ ਮਿਲਦੀ ਹੈ, ਬਾਬੇ ਨਾਨਕ ਨੇ 20 ਰੁਪਈਆ ਨਾਲ ਸ਼ੁਰੂ ਕੀਤਾ ਸੀ ਲੰਗਰ, ਇਹ ਉਹ ਪਿਰਤ ਹੈ ਯਾਰ ਵੀ ਇਹ ਤਾਂ ਨਹੀਂ ਨਾ ਘੱਟੋ ਘੱਟ ਬੰਦ ਹੋਣਾ ਚਾਹੀਦਾ। ਇਹਦੇ ਬਾਰੇ ਆਪਾਂ ਕੋਈ ਨਾ ਕੋਈ ਅਲਟਰਨੇਟ ਕੱਢੀਏ, ਸਮਝੌਤਾ ਵੀ ਹੋ ਸਕਦਾ ਸੀ, ਉਹਨਾਂ ਨੂੰ ਪੈਸੇ ਧੇਲੇ ਵੀ ਦਵਾਏ ਜਾ ਸਕਦੇ ਸੀ, ਉਹਨੂੰ ਸੁਰੱਖਿਅਤ ਰੱਖਿਆ ਜਾ ਸਕਦਾ। ਪਰ ਮੇਰਾ ਖਿਆਲ ਹੈ ਵੀ ਸਰਕਾਰਾਂ ਨੇ ਇਸ ਪਾਸੇ ਆਪਣਾ ਮਾਈਂਡ ਹੀ ਅਪਲਾਈ ਨਹੀਂ ਕੀਤਾ, ਵੀ ਚੱਲਣ ਦਿਓ ਜਿਵੇਂ ਚੱਲਦਾ ਹੈ। ਤੇ ਹੁਣ ਜੀ ਉਹ ਜਿਹੜਾ ਹੈਗਾ ਉਹ ਢਹਿ ਢੇਰੀ ਕਰਤਾ। ਵੱਡੀ ਗੱਲ ਇਹ ਹੈ ਕਿ ਬਾਬਾ ਕਰਨੈਲ ਸਿੰਘ ਖਹਿਰਾ ਜਿਹੜੇ ਉੱਥੇ ਸੇਵਾ ਕਰਦੇ ਹੁੰਦੇ ਸੀ, ਉਹ ਵੀ ਬੇਘਰ ਹੋ ਗਏ, ਉਹ ਵੀ ਉਹਨਾਂ ਦੇ ਉਹ ਵੀ ਉੱਥੇ ਬੈਠੇ ਆ। ਉਹ ਵੀ ਉੱਥੇ ਹੀ ਬੈਠੇ ਹੈ। ਤੇ ਨਾਲ ਦਾਨੀਵਾਲੀਆ ਸਮੇਂ ਦਾ ਇੱਕ ਬਹੁਤ ਵਧੀਆ ਜਿਹੜਾ ਵਿਲੱਖਣ ਪੱਖ ਹੈ ਮਨੁੱਖਤਾ ਨੂੰ ਬਚਾਉਣ ਵਾਲਾ, ਮਨੁੱਖਤਾ ਦੀ ਸੇਵਾ ਕਰਨ ਵਾਲਾ ਜੀ, ਉਹ ਇਹ ਹੈ ਕਿ ਕਰੋਨਾ ਦੇ ਦੌਰ ਦੇ ਵਿੱਚ ਜਿਹੜੇ ਉਸ ਇਲਾਕੇ ਦੇ ਲੋਕ ਹੈ, ਯਾਤਰੂ ਨਹੀਂ, ਜਿਹੜੇ ਉਸ ਇਲਾਕੇ ਦੇ ਲੋਕ ਹੈ ਜਿਨ੍ਹਾਂ ਨੂੰ ਉਸ ਵੇਲੇ ਤਾਂ ਤੁਹਾਨੂੰ ਪਤਾ ਵੀ ਜਦੋਂ ਲਾਕਡਾਊਨ ਲੱਗ ਗਿਆ ਸੀ, ਦਿਹਾੜੀ ਮਜ਼ਦੂਰੀ ਖਤਮ ਹੋ ਗਈ ਸੀ, ਕਿੱਥੇ ਰੋਟੀ ਮਿਲਦੀ ਸੀ ਜੀ। ਵੱਡੇ ਵੱਡੇ ਬੰਦਿਆਂ ਦੇ ਮਤਲਬ ਜਿਹੜੇ ਹੈਗੇ ਲਾਲੇ ਪੈ ਗਏ ਸੀ। ਇਹਨਾਂ ਨੇ ਫਿਰ ਕਿਹਾ ਵੀ ਆਓ ਭਾਈ, ਪਿੰਡਾਂ ਦੇ ਲੋਕਾਂ ਨੂੰ ਹੋਕਰਾ ਦੇਤਾ ਵੀ ਜਿਹਨੂੰ ਲੋੜ ਆ ਉੱਥੇ ਆ ਜਾ ਕਰੋ ਤੇ ਲੰਗਰ ਛਕ ਲੈ ਜੀ। ਕਹਿੰਦੇ ਆ ਵੀ ਕਈ ਕਿਲੋਮੀਟਰ ਤੋਂ ਲੋਕ ਪੈਦਲ ਆਉਂਦੇ ਹੁੰਦੇ ਸੀ ਤੇ ਉੱਥੇ ਰੋਟੀ ਪਾਣੀ ਲੰਗਰ ਪਾਣੀ ਛਕ ਕੇ ਕੁਛ ਤਾਂ ਉੱਥੇ ਹੀ ਪੈ ਜਾਂਦੇ ਤੇ ਕੁਛ ਆਪਣੇ ਘਰਾਂ ਨੂੰ ਚੱਲ ਜਾਂਦੇ ਸੀ ਜੀ। 20 ਲੱਖ ਲੋਕਾਂ ਨੂੰ ਲੰਗਰ ਛਕਾ ਕੇ ਉਹਨਾਂ ਦੇ ਢਿੱਡ ਦੀ ਅੱਗ ਬੁਝਾ ਕੇ ਉਹਨਾਂ ਨੂੰ ਕਰੋਨਾ ਤੋਂ ਬਚਾਇਆ ਹੈ। ਹੁਣ ਅਫਸੋਸ ਇਸ ਗੱਲ ਦਾ, ਆਪਾਂ ਚਲੋ ਕਿ ਜਿਹੜਾ ਜ਼ਮੀਨੀ ਝਗੜਾ ਉਹਨਾਂ ਦਾ ਆਪਸੀ ਝਗੜਾ, ਮਲਕੀਅਤ ਦਾ ਝਗੜਾ, ਉਹ ਵੱਖਰੀ ਗੱਲ ਹੈ ਜੀ। ਪਰ ਜਿੱਥੋਂ ਮਨੁੱਖਤਾ ਦੀ ਇੰਨੀ ਸੇਵਾ ਹੋਈ ਹੈ ਉਹਦੇ ਵਿੱਚ ਘੱਟੋ ਘੱਟ ਸੁਸਾਇਟੀ ਦੀ ਵੀ ਕੋਈ ਜ਼ਿੰਮੇਵਾਰੀ ਹੈ। ਬਿਲਕੁਲ। ਤੇ ਸਰਕਾਰ ਨੂੰ ਅਸੀਂ ਸੁਸਾਇਟੀ ਨਾਲੋਂ ਤੋੜ ਕੇ ਨਹੀਂ ਦੇਖ ਸਕਦੇ। ਸਰਕਾਰ ਸੁਸਾਇਟੀ ਦੀ ਕਸਟੋਡੀਅਨ ਹੈ। ਬਿਲਕੁਲ। ਦੇਖੋ ਢਿੱਲੋਂ ਸਾਹਿਬ, ਸ਼ਿਵ ਸੈਨਾ ਜਿਹੜੀ UBT ਹੈ ਉਹਦਾ ਕਿਸਾਨ ਨੇਤਾ ਨੇ ਕਿਸ਼ੋਰ ਤਿਵਾੜੀ ਜੀ, ਉਹ ਕਹਿੰਦੇ ਵੀ ਦੇਖੋ 7 ਮਹੀਨੇ ਪਹਿਲਾਂ ਸਰਕਾਰ ਆਈ ਹੈ, ਕਹਿੰਦੇ ਉਹਨੇ ਕੁਛ ਹੀ ਨਹੀਂ ਸੋਚਿਆ ਜੀ ਵੀ ਇਹ ਲੰਗਰ ਕਿੰਨੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਕਰਦਾ ਆ ਰਿਹਾ। ਕਹਿੰਦਾ ਹੁਣ ਸਰ, ਕਹਿੰਦਾ ਜੀ ਤੜਾਤਾ, ਪਰ ਕਹਿੰਦਾ ਹੁਣ ਮੈਂ ਕਹਿੰਦਾ ਇਹ ਲੰਗਰ ਜਿਹੜਾ ਇੱਥੇ ਬਹਾਲ ਕਰਾਊਂਗਾ, ਜਿਹੜਾ ਨੁਕਸਾਨ ਹੋਇਆ ਉਹ ਕਹਿੰਦਾ ਇੱਥੇ ਪੂਰਤੀ ਕਰਾਊਂਗਾ ਜੀ, ਤੇ ਕਹਿੰਦਾ ਇਹਦੇ ਲਈ ਕਹਿੰਦਾ ਮੈਂ ਪੂਰਾ ਜ਼ੋਰ ਲਾਊਂਗਾ। ਬਿਲਕੁਲ। ਉਧਮ ਠਾਕਰੇ ਦੀ ਪਾਰਟੀ ਦਾ ਲੀਡਰ ਵੀ ਹੈ ਤੇ ਨਾਲ ਕਿਸਾਨ ਆਗੂ ਵੀ ਹੈ, ਕਿਸਾਨ ਆਗੂ ਵੀ ਹੈ। ਤੋ ਤਿਵਾੜੀ ਸਾਹਿਬ ਜਿਹੜੇ ਹੈਗੇ, ਤਿਵਾੜੀ ਸਾਹਿਬ ਨੇ ਐਲਾਨ ਕੀਤਾ, ਚੰਗੀ ਗੱਲ ਹੈ। ਕਰੋ ਲੰਗਰ, ਦੇਖੋ ਲੰਗਰ ਜਿੱਥੇ ਲੱਗਦਾ ਜੀ, ਲੰਗਰ ਕਦੇ ਟੁੱਟਣਾ ਨਹੀਂ ਚਾਹੀਦਾ। ਇਹ ਜਿੱਥੇ ਜਿੰਨਾ ਘਰਾਂ ਦੇ ਵਿੱਚ ਦਾਨੇਵਾਲੀਆ ਸਾਹਿਬ ਲੰਗਰ ਚੱਲਦੇ ਹੈ, ਲੋਕ ਰਾਜਿਆਂ ਨੂੰ ਭੁੱਲ ਜਾਂਦੇ ਹੈ ਪਰ ਲੰਗਰ ਨੂੰ ਕਦੇ ਨਹੀਂ ਭੁੱਲਦੇ ਹੁੰਦੇ। ਇਹ 1988 ਦੇ ਵਿੱਚ ਇਹ ਲੰਗਰ ਸਾਹਿਬ ਜਿਹੜਾ ਜੀ ਗੁਰਦੁਆਰਾ ਬਡੋਗ ਸਾਹਿਬ ਹੈ, ਇਹ 11 ਕਿਲੋਮੀਟਰ ਦੂਰ ਹੈ ਜੀ ਇੱਥੋਂ। ਉੱਥੋਂ ਪਹਿਲਾਂ ਲੰਗਰ ਸੀ, ਇਹ ਫਿਰ ਉੱਥੋਂ ਦੇ ਸਥਾਨ ਦਾ ਇਕੱਲਾ ਲੰਗਰ ਇੱਥੇ ਬਣਿਆ ਸੀ। 1988 ਦੇ ਵਿੱਚ ਇਹ ਲੰਗਰ ਸਥਾਨ ਬਣ ਗਿਆ ਸੀ। ਬਸ ਫਿਰ ਉਹੀ ਤੁਸੀਂ ਦੇਖੋ ਨਾ, ਕਿੰਨੇ ਹੋ ਗਏ 88 ਤੁਹਾਡੇ 12 ਸਾਲ ਤਾਂ ਉਹ ਹੋ ਗਏ। ਬਿਲਕੁਲ। ਤੇ 23 ਹੋ ਗਏ। 35 ਸਾਲਾਂ ਤੋਂ ਲੰਗਰ ਚੱਲਦਾ ਸੀ ਤੇ ਉਹ ਲੰਗਰ ਜਿਹੜਾ ਸੋਚਣਾ ਚਾਹੀਦਾ ਸੀ ਵੈਸੇ ਸਰਕਾਰ ਨੂੰ, ਕਿਉਂਕਿ ਜਿੱਥੇ ਭੇਦਭਾਵ ਹੀ ਨਹੀਂ ਕੀਤਾ ਜਾਂਦਾ ਕੋਈ। ਪਹਿਲੀ ਗੱਲ ਤਾਂ ਤੁਸੀਂ 11 ਕਿਲੋਮੀਟਰ ਤੋਂ ਲੰਗਰ ਬਣ ਕੇ ਆਉਂਦਾ ਸੀ ਜੀ। ਫਿਰ ਉਹਨਾਂ ਨੇ ਸੋਚਿਆ ਵੀ ਨਹੀਂ, ਕਿਉਂਕਿ ਸੰਗਤਾਂ ਗੁਰਦੁਆਰੇ 'ਚ ਤਾਂ ਘੱਟ ਆਉਂਦੀਆਂ, ਉੱਥੇ ਤਾਂ ਇਕੱਲੇ ਜਿਹੜੇ ਹੈਗੇ ਸੇਵਾਦਾਰ ਉਹੀ ਹੁੰਦੇ ਆ, ਜਾਂ ਕੋਈ ਮੱਥਾ ਟੇਕਣ ਵਾਲਾ ਮਾੜਾ ਮੋਟਾ ਗਿਆ। ਆਮ ਲੋਕ ਤਾਂ ਦੂਰ ਆਉਂਦੇ ਸੀ ਨਾ। 11 ਕਿਲੋਮੀਟਰ ਦੂਰ ਇਹ ਲੰਗਰ ਬਣਾਇਆ, ਬਹੁਤ ਮਾੜੀ ਗੱਲ ਹੋਈ ਜੀ, ਇਹ ਨਹੀਂ ਸੀ ਹੋਣਾ ਚਾਹੀਦਾ ਜੀ। ਦਾਨੇਵਾਲੀਆ ਸਾਹਿਬ ਬੜੀ ਇਹ ਆਪਣੇ ਤੇ ਇਹ ਹੋਇਆ ਜੀ ਕਹਾਣੀ। ਤੇ ਹੁਣ ਜਿਹੜਾ ਜੀ ਆਪਾਂ ਗੱਲ ਕਰੀਏ, ਮੈਂ ਮੇਰੇ ਖਿਆਲ ਭੁੱਲ ਗਿਆ, ਕੋਈ ਬੋਨੀ ਜਨਾਲਾ। ਹਾਂਜੀ, ਬੋਨੀ ਜਨਾਲਾ। ਹਾਂਜੀ 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 ਹਾਂਜੀ, ਬੋਨੀ ਜਨਾਲੇ ਦੀ ਵੀ ਗੱਲ ਆਪਾਂ ਕਰ ਹੀ ਲਈਏ ਫਿਰ। ਬਿਲਕੁਲ ਜੀ, ਬਿਲਕੁਲ। ਇਹ ਬੋਨੀ ਜਨਾਲਾ ਜੀ ਅਕਾਲੀ ਦਲ ਦਾ ਲੀਡਰ ਹੈ ਜੀ। ਹੁੰਦਾ ਸੀ ਕਿਸੇ ਟਾਈਮ, ਹੁੰਦਾ ਸੀ ਅਕਾਲੀ ਦਲ ਦਾ ਲੀਡਰ। ਔਰ ਮੇਰਾ ਖਿਆਲ ਹੈ ਸ਼ਾਇਦ 2 ਵਾਰੀ MLA ਰਿਹਾ, 1 ਵਾਰੀ ਦਾ ਮੈਨੂੰ ਪੱਕਾ ਪਤਾ ਵੀ ਰਿਹਾ ਹੈ। ਆਪ ਇਹਦਾ ਰਤਨ ਸਿੰਘ ਜਨਾਲਾ, ਡਾਕਟਰ ਰਤਨ ਸਿੰਘ ਜਨਾਲਾ ਜੀ ਦਾ ਵੱਡਾ ਨਾਂ ਹੈ ਮਾਝੇ ਦੀ ਸਿਆਸਤ ਦੇ ਵਿੱਚ ਜੀ। ਉਹਨੂੰ ਵੀ ਜਥੇਦਾਰ ਰਣਜੀਤ ਸਿੰਘ ਬਰਮਪੁਰਾ ਦੇ ਨਾਲ ਮਾਝੇ ਦੇ ਜਰਨੈਲਾਂ ਵਜੋਂ ਜਾਣਿਆ ਜਾਂਦਾ ਸੀ। ਉਹ ਜੋੜੀ ਜਿਹੜੀ ਹੈ, ਜੋੜੀ ਤਿੱਕੜੀ ਹੁੰਦੀ ਸੀ। ਰਣਜੀਤ ਸਿੰਘ ਬਰਮਪੁਰਾ ਹੋ ਗਿਆ, ਤੁਹਾਡੇ ਪ੍ਰੇਮ ਸਿੰਘ ਲਾਲਪੁਰਾ ਹੋ ਗਿਆ, ਉਹ ਤੋਂ ਪਹਿਲਾਂ ਪ੍ਰਕਾਸ਼ ਸਿੰਘ ਮਜੀਠਾ ਹੋ ਗਿਆ, ਡਾਕਟਰ ਰਤਨ ਸਿੰਘ ਜਨਾਲਾ ਹੋ ਗਿਆ। ਇਹ ਲੋਕ ਸੀ
ਜਿਨ੍ਹਾਂ ਨੇ ਉੱਥੇ ਮਤਲਬ ਜਿਹੜੀ ਹੈਗੀ ਹੈ ਬਚਾ ਕੇ ਰੱਖਿਆ ਹੋਇਆ ਸੀ ਅਕਾਲੀ ਦਲ ਨੂੰ। ਜੀ ਮੇਰੇ ਯਾਦ ਹੈ ਇੱਕ ਵਾਰੀ ਕਿਸੇ ਸੱਜਣ ਨੇ ਦੱਸਿਆ ਸੀ, ਆਪਣੇ ਜ਼ਿਲ੍ਹੇ ਦਾ ਕੋਈ ਬੰਦਾ ਸੀ, ਇੱਕ ਵਾਰੀ ਇੱਕ ਵਾਈ ਇਲੈਕਸ਼ਨ ਆ ਗਈ ਸੀ। ਉਹ ਵਾਈ ਇਲੈਕਸ਼ਨ ਜਿਹੜੀ ਆ ਗਈ ਸੀ, ਵਾਈ ਇਲੈਕਸ਼ਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਮਤਭੇਦ ਪੈਦਾ ਹੋ ਗਏ ਸੀ ਸਰਦਾਰ ਪ੍ਰਕਾਸ਼ ਸਿੰਘ ਮਜੀਠਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦਰਮਿਆਨ। ਜੀ ਬਾਦਲ ਸਾਹਿਬ ਬਹੁਤ ਸਿਆਣੇ ਬੰਦੇ, ਉਹਨਾਂ ਨੂੰ ਪਤਾ ਸੀਗਾ ਕਿ ਜੇ ਮਾਝੇ ਦੇ ਵਿੱਚ ਗੱਡ ਜਿਹੜੀ ਖੁੱਭ ਗਈ, ਇਹਨੂੰ ਜੇ ਕੱਢਣੀ ਹੈ ਤੇ ਇਹਨੂੰ ਇਹ ਵੱਡੇ ਬਜ਼ੁਰਗਾਂ ਤੋਂ ਬਗੈਰ ਨਹੀਂ ਗੱਲ ਹੋ ਸਕਦੀ ਹੈ। ਉਹਨਾਂ ਕੋਲ ਚਲੇ ਗਏ ਜੀ, ਪ੍ਰਕਾਸ਼ ਸਿੰਘ ਮਜੀਠਾ ਹੋਰਾਂ ਦੇ ਘਰ ਚਲੇ ਗਏ ਜੀ। ਤੇ ਮਜੀਠਾ ਸਾਹਿਬ ਬੜੇ ਅੰਬੇ ਪਏ ਸੀ, ਉਹ ਤਾਂ ਜੀ ਪੈ ਗਏ ਅਲੀ ਕਰਕੇ। ਉਹਨਾਂ ਨੇ ਜੋ ਪੈ ਗਏ ਅਲੀ ਕਰਕੇ ਤੇ ਥੋੜਾ ਜਿਹਾ ਚਲੋ ਥੋੜਾ ਬਹੁਤਾ ਸਬਰ ਤੋਂ ਬਾਅਦ ਜਦੋਂ ਚਾਹ ਪਾਣੀ ਦੀ ਪੀਣ ਲੱਗੇ ਤੇ ਉਹ ਕਹਿੰਦੇ ਵੀ ਮੈਂ ਜਦੋਂ ਕਹਿੰਦਾ ਤੇ ਬਾਦਲ ਸਾਹਿਬ ਨੇ ਇੱਕੋ ਹੀ ਗੱਲ ਕਹੀ, ਕਹਿੰਦੇ ਜੀ ਗੱਲ ਇਹ ਪੰਥ ਦਾ ਬੂਟਾ ਜਿਹੜਾ ਲੱਗਿਆ ਹੈ, ਤੁਸੀਂ ਇਹਨਾਂ ਨੂੰ, ਤੁਸੀਂ ਲੋਕ ਜਿਹੜੇ ਹੈ ਜੀ ਇਹਨੂੰ ਪਾਣੀ ਪੂਣੀ ਪਾਉਣੇ ਹੋ, ਇਹ ਚੱਲੀ ਜਾਂਦਾ ਹੈ। ਤੇ ਹੁਣ ਪੰਥ ਵਾਲੀ ਗੱਡੀ ਫਸ ਗਈ ਆ ਗਾਰ 'ਚ ਜੀ। ਜੇ ਤਾਂ ਪੰਥ ਨੂੰ ਬਚਾਉਣਾ ਹੈ ਤਾਂ ਮਜੀਠਾ ਸਾਹਿਬ ਫਿਰ ਤਾਂ ਤੁਹਾਨੂੰ ਬਿੰਡੀ ਜੁੜਨਾ ਪੈਣਾ ਹੈ। ਜੇ ਤੁਸੀਂ ਨਾ ਬਿੰਡੀ ਜੁੜੇ ਤਾਂ ਮੇਰੇ ਗੱਡ ਨਿਕਲਦੀ ਨਹੀਂ, ਇੱਥੇ ਉਹਦਾ ਫਸ ਗਈ ਤੇ ਮੈਂ ਚੱਲਿਆ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ ਬਾਦਲ ਸਾਹਿਬ ਤੁਰ ਪਏ ਤੇ ਜਦੋਂ ਸਿੱਖੀ ਵਾਲਾ ਮਾਮਲਾ ਉਠਾਇਆ ਵੀ ਗੱਡੀ ਫਸ ਗਈ ਤੇ ਇੱਥੋਂ ਬਗੈਰ ਨਿਕਲਦੀ ਨਹੀਂ, ਤੇ ਕਹਿੰਦੇ ਮਜੀਠਾ ਸਾਹਿਬ ਕਹਿੰਦੇ ਮੁੜਿਆ ਹੁਣ ਮੈਨੂੰ ਜਾਣਾ ਪਊ। ਪੰਥ ਤੇ ਪੰਥ ਨੂੰ ਮੈਂ ਸਾਹਿਬ ਜਿਹੜਾ ਸੰਕਟ 'ਚ ਨਹੀਂ ਦੇਖ ਸਕਦਾ, ਤੇ ਉੱਠ ਕੇ ਤੁਰੇ ਤੇ ਉਹਨਾਂ ਨੇ ਫਿਰ ਉਹ ਸੀਟ ਲੜੀ ਤੇ ਉੱਤੇ ਚੰਗਾ ਰਿਜ਼ਲਟ ਆਇਆ ਸੀ ਜੀ। ਇਹੀ ਤਰੀਕਾ ਕਰ ਦੇਖੀਏ ਆਪਾਂ ਤਾਂ ਇਹ ਜਿਹੜੇ ਬਾਬੇ ਹੈ, ਜਿਹੜੇ ਰਤਨ ਸੋਜਨਾਲਾ ਹੋ ਗਿਆ, ਰਣਜੀਤ ਸਿੰਘ ਬਰਮਪੁਰਾ ਹੋ ਗਿਆ, ਇਹਨਾਂ ਦਾ ਜਿਹੜਾ ਪਹਿਲਾ ਵਿਰੋਧ ਹੋਇਆ ਸੀ ਉਹ ਵਿਰੋਧ ਇਸੇ ਗੱਲ ਤੇ ਹੋਇਆ ਸੀ ਜੀ। ਜਦੋਂ 2017 ਦੀ ਚੋਣ ਹਾਰ ਗਏ ਸੀ ਵੀ ਭਾਈ ਆਪਾਂ ਥੋੜੀ ਜਿਹੀ ਤਬਦੀਲੀ ਕਰੀਏ। ਚਲੋ ਇਹ ਅਲੱਗ ਹੋ ਗਏ ਸੀ, ਇਹਨਾਂ ਨੇ ਆਪਣਾ ਅਲੱਗ ਦਲ ਬਣਾ ਲਿਆ, ਫਿਰ ਦਬਾਅ ਦੂ ਪਿਆ, ਉਹ ਦਬਾਅ ਦੂ ਪੈ ਕੇ ਫਿਰ ਇਕੱਠੇ ਹੋਏ। ਇਹਦੇ ਵਿੱਚ ਇਹਦੀ ਬੈਟ ਵੀ ਨਹੀਂ, ਇੱਕ ਹੋਰ ਗੱਲ ਹੋਈ ਸੀ। ਉਹ ਗੱਲ ਇਹ ਹੋਈ ਸੀ ਕਿ ਜਿਹੜਾ ਉਹ ਸੀ ਨਾ ਤੁਹਾਡੇ ਵਾਲਾ 6000 ਕਰੋੜ ਵਾਲਾ ਭੋਲਾ ਡਰੱਗ ਰੈਕਟ ਜੀ, ਭੋਲਾ ਡਰੱਗ ਰੈਕਟ ਦੇ ਵਿੱਚ ਕੁਝ ਬੰਦਿਆਂ ਦੀ ਪੁੱਛਗਿੱਛ ਹੋਈ ਸੀ ਉਸ ਵੇਲੇ ਅਕਾਲੀ ਸਰਕਾਰ ਵੇਲੇ। ਤੇ ਬੋਨੀ ਜਨਾਲਾ ਹੋਰੀ ਉਦੋਂ ਉਹਨਾਂ ਨੇ ਇਲਜ਼ਾਮ ਲਾਏ ਸੀ ਕਿ ਮੇਰੇ ਬੰਦਿਆਂ ਨੂੰ ਜਿਹੜਾ ਫਸਾਇਆ ਗਿਆ ਹੈ ਬਿਕਰਮ ਸਿੰਘ ਮਜੀਠੀਆ ਨੇ ਫਸਾਇਆ। ਮੇਰੇ ਨਾਲ ਇਹ ਕਿੜ ਕੱਢਦੇ, ਇਹਨਾਂ ਤੋਂ ਜਿਹੜੀ ਮੇਰੀ ਪਾਪੂਲੈਰਿਟੀ ਹੈ ਬਰਦਾਸ਼ਤ ਨਹੀਂ ਹੁੰਦੀ ਜੀ। ਕਿਉਂਕਿ ਜਿਸ ਬੰਦੇ ਨੂੰ ਜਿਹਨੂੰ ਫੜਿਆ ਸੀ, ਜਿਹਦੇ ਨਾਲ ਉਹ ਧੱਕਾ ਮੁੱਕੀ ਹੋਇਆ ਸੀ, ਉਹ ਬੰਦੇ ਦਾ ਵੱਡਾ ਕਾਰੋਬਾਰ ਹੈ ਤੇ ਕੱਠ ਕੁੱਠੋ ਦੇ ਹੁੰਦੇ ਸੀ, ਸ਼ਾਇਦ ਕੋਈ ਹੋਟਲ ਵੀ ਹੋਣ, ਰਿਜ਼ੋਰਟ ਵਗੈਰਾ ਹੋਣ। ਉਹ ਕਹਿੰਦੇ ਵੀ ਇਹਦਾ ਕਰਕੇ ਮਜੀਠੀਆ ਸਾਹਿਬ ਮੇਰੇ ਜਿਹੜੇ ਚੱਲਦੇ ਆ ਖਿਲਾਫ। ਤੇ ਉਹ ਤੋਂ ਬਾਅਦ ਦਾਨੇਵਾਲੀਆ ਸਾਹਿਬ ਫਿਰ ਉਹਨੇ ਇੱਕ ਚਿੱਠੀ ਲਿਖਤੀ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜੀ। ਉਸ ਚਿੱਠੀ ਦੇ ਆਧਾਰ ਦੇ ਉੱਤੇ ਫਿਰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਪਾਤੀ ਸੀ। ਉਹ ਪਟੀਸ਼ਨ ਦਾ ਤਾਂ ਸ਼ਾਇਦ ਮੇਰਾ ਖਿਆਲ ਕੁਝ ਬਣਿਆ ਬਣਾਇਆ ਨਹੀਂ ਉਹਨਾਂ ਦਾ, ਪਰ ਉਹ ਮਤਭੇਦ ਉਹਨਾਂ ਦੇ ਉਜਾਗਰ ਹੁੰਦੇ ਜੀ ਜੀ। ਚਲੋ ਫਿਰ ਸੁਖਵੀਰ ਹੋਰਾਂ ਨੇ ਕੋਸ਼ਿਸ਼ ਕੀਤੀ ਸੀ 2022 ਦੀ ਇਲੈਕਸ਼ਨ ਤੋਂ ਪਹਿਲਾਂ ਫਿਰ ਅਜਨਾਲਾ ਸਾਹਿਬ ਤਾਂ ਚਲੋ ਆਪਣੇ ਘਰੇ ਬੈਠੇ, ਬੋਨੀ ਨੂੰ ਉਹਨਾਂ ਨੇ ਮਨਾ ਲਿਆ ਸੀ। ਬੋਨੀ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਵੀ ਕਰਨ ਲੱਗ ਗਿਆ ਸੀ, ਅਕਾਲੀ ਦਲ ਦੇ ਟਿਕਟ ਵੀ ਮਿਲ ਗਈ ਸੀ, ਲੇਕਿਨ ਹਨੇਰੀ ਦੇ ਵਿੱਚ ਬੋਨੀ ਸਾਹਿਬ ਵੀ ਨਹੀਂ ਜਿੱਤ ਸਕੇ, ਸਾਰੇ ਹਾਰ ਗਏ ਸੀ ਜੀ ਜੀ। ਜੇ ਬਾਦਲ ਸਾਹਿਬ ਹਾਰ ਗਏ ਤਾਂ ਫਿਰ ਸਭ ਨੇ ਹਾਰ ਨਹੀਂ ਸੀ, ਕੈਪਟਨ ਹਾਰ ਗਿਆ ਸੀ, ਸੁਖਵੀਰ ਹੋਰੀ ਹਾਰ ਗਏ ਸੀ। ਉਹ ਤੋਂ ਬਾਅਦ ਹੁਣ ਉੱਥੇ ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਜੀ। ਉੱਥੇ ਕਹਿੰਦੇ ਕੁਝ ਨਵੇਂ ਬੰਦਿਆਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਦੇਣ ਲੱਗ ਗਏ ਤੇ ਬੋਨੀ ਨੂੰ ਕਰਤਾ ਨਜ਼ਰਅੰਦਾਜ਼। ਅੱਛਾ ਜੀ। ਬੋਨੀ ਨੇ ਫਿਰ ਇੱਕ ਆਪਣੇ ਮਿੱਤਰਾਂ ਦਾ, ਜਿਹੜੇ ਉਹਦੇ ਹਮਦਰਦ ਸੀ, ਉਹਦੀ ਪਾਰਟੀ ਦੇ ਲੋਕ ਸੀ ਅਕਾਲੀ ਦਲ ਦੇ, ਉਹਨਾਂ ਨੂੰ ਇਕੱਠਿਆਂ ਕੀਤਾ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ। ਉੱਥੋਂ ਫਿਰ ਉਹਨਾਂ ਨੇ ਜਿਹੜਾ ਐਲਾਨ ਕੀਤਾ, ਉਹ ਕਹਿੰਦੇ ਵੀ ਹਾਲਤ ਇਹ ਹੈ ਕਿ ਜਿਹੜਾ ਅਕਾਲੀ ਦਲ ਅਸੀਂ ਤੇ ਸਾਡੇ ਬਜ਼ੁਰਗਾਂ ਨੇ ਬਣਾਇਆ ਸੀ, ਇਹਨੂੰ ਸਿੰਜਿਆ ਸੀ, ਇਹਨੂੰ ਤਕੜਾ ਕੀਤਾ ਸੀ, ਉਸ ਅਕਾਲੀ ਦਲ ਦੀ ਹਾਲਤ ਇਹ ਬਣ ਗਈ ਹੈ ਕਿ ਅੱਜ ਉਹਨਾਂ ਲੋਕਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿਨ੍ਹਾਂ ਲੋਕਾਂ ਨੇ ਅਕਾਲੀ ਦਲ ਦੀਆਂ ਜੜ੍ਹਾਂ 'ਚ ਤੇਲ ਦਿੱਤਾ। ਅੱਛਾ ਜੀ। ਜਿਨ੍ਹਾਂ ਲੋਕਾਂ ਨੇ ਕਹਿੰਦੇ ਵੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਹਰਾਉਣ ਵਾਸਤੇ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਅਕਾਲੀ ਦਲ ਦੇ ਖਿਲਾਫ ਮੁਹਿੰਮ ਚਲਾਈ ਵੀ ਹੈ। ਤੇ ਜੇ ਭਾਈ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਅਹੁਦੇਦਾਰੀਆਂ ਦਿਓਗੇ ਤੇ ਉਹਨਾਂ ਨੂੰ ਤੁਸੀਂ ਨੰਬਰਦਾਰੀਆਂ ਦਿਓਗੇ, ਸਾਡਾ ਫਿਰ ਇੱਥੇ ਰਹਿਣ ਦਾ ਕੋਈ ਕੰਮ ਨਹੀਂ। ਤੇ ਉਹਨਾਂ ਨੇ ਕਹਿੰਦੇ ਜੀ ਦੇ ਦਿੱਤਾ ਅਸਤੀਫਾ ਜੀ। ਅਸਤੀਫਾ ਦੇਣ ਤੋਂ ਬਾਅਦ ਉਹ ਜਾਣਗੇ ਕਿਧਰ, ਆਪਣਾ ਤਾਂ ਕੋਈ ਉਹਨਾਂ ਨਾਲ ਸੰਪਰਕ ਹੈ ਨਹੀਂ ਗਾ, ਆਪਾਂ ਗੱਲ ਕੀਤੀ ਵੀ ਨਹੀਂ ਉਹਨਾਂ ਨਾਲ। ਪਰ ਜੋ ਅਖਬਾਰਾਂ 'ਚ ਖਬਰਾਂ ਆਈਆਂ ਜੀ, ਜੋ ਗੱਲਾਂ ਬਾਤਾਂ ਆ ਰਹੀਆਂ, ਕਹਿੰਦੇ ਜੀ ਉਹ ਵੀ ਭਗਵੇਂ ਬ੍ਰਿਗੇਡ ਸ਼ਾਮਲ ਹੋਣ ਬਾਰੇ ਅੱਜ ਕੱਲ ਤਾਂ ਉਹੀ ਰਹਿ ਗਿਆ ਜੀ। ਹਾਂ ਫਿਰ ਜੇ ਨਾ ਵੀ ਜੇ ਕਾਂਗਰਸ, ਕਿਉਂਕਿ ਉਹ ਬੱਸ ਬਣੀ ਵੀ ਹੈ ਨਾ, ਬੱਸ ਜਿਹੜੀਆਂ ਬਿਨਾਂ ਬਾਰੀਆਂ ਤੋਂ ਆ, ਬੱਸ ਬਿਨਾਂ ਸੀਟਾਂ ਤੋਂ ਆ। ਚਲੋ ਗੱਲ ਤਾਂ ਇਹ ਨਾ ਜੀ ਵੀ ਪ੍ਰੇਮ ਤਾਂ ਪੁਰਾਣਾ ਨਾ ਉਹਨਾਂ ਨਾਲ। ਹਾਂ 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 ਹਾਂ। ਉਹਦੇ ਚ ਉਹ ਕਹਿੰਦੇ ਕਾਂਗਰਸ ਨਾਲ ਜਾਂਦਿਆਂ ਨੂੰ ਸੰਗ ਜੀ ਆਉਂਦੀ ਹੈ, ਆਪਰੇਸ਼ਨ ਬਲੂ ਸਟਾਰ ਮੂਹਰੇ ਖੜ ਜਾਂਦਾ ਹੈ। ਤੇ ਇਧਰਲੇ ਪਾਸੇ ਭਗਵੇਂ ਬ੍ਰਿਗੇਡ ਵਾਲੇ ਪਾਸੇ ਉਹ ਕਹਿੰਦੇ ਚਲੋ ਕੋਈ ਨਹੀਂ, ਫੇਰ ਕਹਿੰਦੇ ਵੀ ਬਾਦਲ ਸਾਹਿਬ ਵੀ ਤੇ ਨਾਲ ਹੀ ਹੁੰਦੇ ਸੀ, 9 ਮਾਸ ਦਾ ਰਿਸ਼ਤਾ ਤਾਂ ਉਹਨਾਂ ਨੇ ਬਣਾਇਆ ਸੀ, ਪਤੀ ਪਤਨੀ ਵੀ ਉਹੀ ਕਹਿੰਦੇ ਹੁੰਦੇ ਸੀ ਜੀ। ਤੇ ਜੇ ਹੁਣ ਕਹਿੰਦੇ ਮਾੜਾ ਮੋਟਾ ਕੋਈ ਚਲੋ ਇੱਕ ਅੱਧੇ ਦਾ ਤਲਾਕ ਹੋ ਗਿਆ, ਇਹ ਤਾਂ ਨਹੀਂ ਵੀ ਸਾਰੇ ਮਤਲਬ ਜਿਹੜੇ ਹੈਗੇ ਘਰੇ ਬਹਿ ਜਾਂਦੇ। ਸਕੀਰੀਆਂ ਵਾਲੇ ਦਾ ਫਿਰ ਵਰਤ ਵਰਤਾ ਹੀ ਲੈਂਦੇ ਆ ਨਾ ਵੀ ਕਈ ਵਾਰੀ ਪਤੀ ਪਤਨੀ ਦਾ ਤਲਾਕ ਵੀ ਹੋ ਜਾਂਦਾ, ਪਰ ਰਿਸ਼ਤੇਦਾਰ ਤਾਂ ਫਿਰ ਵੀ ਚਲੋ ਯਾਰ ਜੋ ਸਾਂਝੇ ਜੇ ਹੁੰਦੇ ਆ, ਇਹ ਉਸ ਮੇਰੇ ਖਿਆਲ ਖਾਕੇ 'ਚ ਫਿੱਟ ਬੈਠਦੇ ਆ। ਭਾਰਤੀ ਜਨਤਾ ਪਾਰਟੀ ਜਾਣਦੀਆਂ ਕਹਿੰਦੇ ਤਿਆਰੀਆਂ ਹੋ ਰਹੀਆਂ ਜੀ 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 ਜੀ। ਚਲੋ ਚੰਗੀ ਗੱਲ ਹੈ ਜੀ। ਹੈ ਕਰਨ
ਧੰਨਵਾਦ ਤੁਹਾਡਾ ਜੀ, ਤਾਂ ਮਿਹਰਬਾਨੀ। ਸ਼ੁਕਰੀਆ ਜੀ। ਸੋ ਇੱਕ ਬ੍ਰੇਕ ਦਾ ਸਮਾਂ, ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।